आस होए पी चंदन होए रहै बसै जो चंदन पास। सारे करियो कृपा जी। होए पी चंदन होए रहै बसै जो चंदन पास। कबीर बांस बड़ाई बुढ़िया क्यों मत डूबो कोई चंदन कै निकट बसै बांस सुगंध ना होए। चंदन कै निकट बसै बांस सुगंध ना होए। होए पी चंदन होए रहै सारे गज के। होए पी चंदन होए रहै बसै जो चंदन पास। दीन दुनी ਦੇ ਮਾਲਕ ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਅੰਦਰ ਸੱਜ ਕੇ ਅਦਬ ਸਹਿਤ ਜਿੱਥੇ ਗੁਰਾਂ ਦੀ ਬਾਣੀ ਕੀਰਤਨ ਦੇ ਰੂਪ ਵਿੱਚ ਪਾਠ ਦੇ ਰੂਪ ਵਿੱਚ ਸ਼ਰਵਣ ਕਰ ਰਹੇ ਸਾਂ, ਉੱਥੇ ਹੀ ਸਤਿਕਾਰਯੋਗ ਛੋਟੀ ਭੈਣ ਨੇ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਤੋਂ ਸਾਨੂੰ ਜਾਣੂ ਕਰਾਉਂਦਿਆਂ ਇਹ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਆਪਣੇ ਸ਼ਬਦਾਂ ਵਿੱਚ ਕਿ ਜਦੋਂ ਅਸੀਂ ਕਿਸੇ ਮਹਾਨ ਪਰਉਪਕਾਰੀ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਉਹਨੂੰ ਪੜ੍ਹਨ ਦਾ, ਸੁਣਨ ਦਾ, ਉਹਨੂੰ ਯਾਦ ਕਰਨ ਦਾ, ਉਹਦਾ ਗੱਲਬਾਤ ਕਰਨ ਦਾ ਮਕਸਦ ਸਿਰਫ ਇੰਨਾ ਕੁ ਹੁੰਦਾ ਹੈ ਵੀ ਅਸੀਂ ਉਹਦੇ ਵਿੱਚੋਂ ਕੁਝ ਕਿਣਕਾ ਮਾਤਰ ਆਪਣੀ ਜ਼ਿੰਦਗੀ 'ਚ ਵਸਾ ਸਕੀਏ। ਔਰ ਜੇ ਸਾਡੀ ਜ਼ਿੰਦਗੀ ਦਾ ਉਹ ਹਿੱਸਾ ਬਣ ਜਾਏ ਤਾਂ ਇੰਨੀ ਗੱਲ ਅਸੀਂ ਦੱਸ ਕੇ ਨਹੀਂ ਲੋਕਾਂ ਤੱਕ ਖੜ ਸਕਦੇ ਹੁੰਦੇ ਜਿੰਨੀ ਅਸੀਂ ਆਮ ਜੀ ਕੇ ਲੋਕਾਂ ਤੱਕ ਖੜ ਸਕਦੇ ਹਾਂ। ਹਰ ਥਾਂ ਤੇ ਅਸੀਂ ਦੱਸ ਨਹੀਂ ਸਕਦੇ ਹੁੰਦੇ। ਜਿਵੇਂ ਭੈਣ ਗੁਰਮਨ ਨੇ ਇਹ ਗੱਲ ਦੱਸਣੀ ਹੋਵੇ ਤਾਂ ਉਹਦੇ ਲਈ ਇੱਦਾਂ ਦਾ ਮਾਹੌਲ ਚਾਹੀਦਾ, ਪਰ ਜੇ ਅਸੀਂ ਥੋੜ੍ਹਾ ਥੋੜ੍ਹਾ ਕਿਣਕਾ ਮਾਤਰ ਉਹਦੇ 'ਚੋਂ ਜ਼ਿੰਦਗੀ 'ਚ ਲੈ ਆਈਏ ਤਾਂ ਮੈਨੂੰ ਲੱਗਦਾ ਅਸੀਂ ਹੌਲੀ ਹੌਲੀ ਜਿੱਥੇ ਕਿਤੇ ਵੀ ਬੈਠਾਂਗੇ, ਜਿੱਥੇ ਕਿਤੇ ਵੀ ਗੱਲਬਾਤ ਕਰਾਂਗੇ, ਸਾਡੇ ਵਿਹਾਰ ਵਿੱਚੋਂ ਗੱਲਾਂ ਝਲਕਣ ਲੱਗ ਜਾਣਗੀਆਂ ਤੇ ਆਮ ਲੋਕਾਂ ਤੱਕ ਵੀ ਉਹ ਇਤਿਹਾਸ ਪਹੁੰਚ ਸਕਦਾ। ਇਸੇ ਕਰਕੇ ਅਸੀਂ ਸਤ ਸੰਗਤ ਵਿੱਚ ਆਉਂਦੇ ਹਾਂ, ਇਸੇ ਕਰਕੇ ਅਸੀਂ ਗੁਰਾਂ ਦੀ ਗੋਦ ਵਿੱਚ ਬੈਠਦੇ ਹਾਂ, ਔਰ ਇਸ ਕਰਕੇ ਛੋਟੇ ਛੋਟੇ ਸਮਾਗਮ ਉਲੀਕ ਕੇ ਅਸੀਂ ਆਪਣੇ ਵੱਡ ਵਡੇਰਿਆਂ ਨੂੰ ਯਾਦ ਕਰਦੇ ਰਹਿੰਦੇ ਹਾਂ। ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਜਿਹੜੇ ਸਾਲ ਵਿੱਚ ਇੱਕ ਦਿਨ ਇਸ ਤਰ੍ਹਾਂ ਦਾ ਚੁਣ ਲੈਂਦੇ ਨੇ ਵੀ ਜਿੱਥੇ ਸਾਰੀ ਦੁਨੀਆ ਨੇ ਆਪਣੇ ਆਪਣੇ ਰੰਗ ਤਮਾਸ਼ਿਆਂ 'ਚ ਉਲਝਣਾ ਹੋਣਾ ਹੁੰਦਾ ਹੈ, ਉੱਥੇ ਆਪਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਆਪਣੇ ਵੱਡ ਵਡੇਰਿਆਂ ਦੀ, ਆਪਣੇ ਪੁਰਖਿਆਂ ਦੀ ਕੋਈ ਬਾਤ ਪਾ ਲਈਏ। ਸੋ ਆਓ ਉਸ ਦਿੱਲੀ ਫਤਿਹ ਦਿਵਸ ਔਰ ਇਤਿਹਾਸ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ, ਜਿਵੇਂ ਸਤਿਕਾਰਯੋਗ ਵੀਰ ਜੀ ਸਾਹਿਬ ਸਿੰਘ ਜੀ ਕਹਿ ਰਹੇ ਸੀ ਵੀ ਦਿੱਲੀ ਅਸੀਂ ਫਤਿਹ ਕੀਤੀ ਹੈ, ਤੇ ਅੱਜ ਵੀ ਸਾਡਾ ਦਿੱਲੀ ਨਾਲ ਉੱਦਾਂ ਦਾ ਹੀ ਨਾਤਾ ਹੈ, ਤੇ ਉਸੇ ਹੀ ਸਿਚੁਏਸ਼ਨ ਵਿੱਚ ਆ ਅਸੀਂ, ਉਹਨਾਂ ਹੀ ਹਾਲਾਤਾਂ ਵਿੱਚ ਆ। ਸਾਡੇ ਕੋਲ ਸਾਧਨ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨੇ, ਪਰ ਅਸੀਂ ਕਿਉਂ ਇਸ ਤਰ੍ਹਾਂ ਦੇ ਅਵੇਸਲੇਪਨ ਦਾ ਸ਼ਿਕਾਰ ਹੋਏ ਹਾਂ ਕਿ ਸਾਡੇ ਕੋਲੋਂ ਉਹ ਕਾਮਯਾਬੀਆਂ ਖੁੱਸ ਗਈਆਂ। ਇਹ ਸਾਰਾ ਕੁਝ ਆਪਾਂ ਜਾਣਨ ਦਾ ਯਤਨ ਕਰਾਂਗੇ। ਇਕਾਗਰ ਚਿੱਤ ਹੋਈਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾ ਲਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ 'ਚੋਂ ਬਹੁਤ ਸਾਰੇ ਵੀਰ ਭੈਣਾਂ ਕਿਤਾਬਾਂ ਨਾਲ ਸੰਬੰਧ ਰੱਖਦੇ ਬੈਠੇ ਹੋ। ਸ਼ਾਇਦ ਤੁਸੀਂ ਨਾਮ ਸੁਣਿਆ ਹੋਏਗਾ ਨਾਨਕ ਸਿੰਘ ਨਾਵਲਕਾਰ।
ਬਹੁਤ ਸਾਰੇ ਨਾਵਲ ਉਹਨਾਂ ਨੇ ਲਿਖੇ ਨੇ ਔਰ ਉਹਨਾਂ ਦੇ ਨਾਵਲ ਦਾ ਜਿਹੜਾ ਵਿਸ਼ਾ ਬਹੁਤਾਤ ਕਰਕੇ ਹੁੰਦਾ ਹੈ ਉਹ ਸਮਾਜ ਨੂੰ ਇੱਕ ਚੰਗੀ ਦਿਸ਼ਾ ਵਾਲੇ ਬੰਨੇ ਖੜਨ ਦਾ। ਉਹ ਕਿਸੇ ਨਾਵਲ ਜਦੋਂ ਉਹਨਾਂ ਨੇ ਲਿਖਿਆ ਤੇ ਉਸ ਨਾਵਲ ਨੂੰ ਲੋਕਾਂ ਦੇ ਸਾਹਮਣੇ ਜਦੋਂ ਪੇਸ਼ ਕਰਨ ਵਾਸਤੇ ਉਹਦੀ ਰਸਮ ਨਿਭਾ ਰਹੇ ਸਨ ਤਾਂ ਉੱਥੇ ਇੱਕ ਭੈਣ ਨੇ ਉਹਨਾਂ ਨੂੰ ਸਵਾਲ ਕੀਤਾ ਹੈ। ਔਰ ਜਦੋਂ ਸਵਾਲ ਕਈ ਵਾਰ ਸਵਾਲ ਸਮਝਣ ਲਈ ਹੁੰਦਾ ਹੈ ਤੇ ਕਈ ਵਾਰ ਸਵਾਲ ਦਾ ਮਤਲਬ ਹੁੰਦਾ ਹੈ ਵੀ ਅਗਲਾ ਬੰਦਾ ਤੁਹਾਨੂੰ ਨਿਰਾਸ਼ ਕਰਨਾ ਚਾਹੁੰਦਾ ਹੁੰਦਾ ਹੈ ਜਾਂ ਉਹ ਤੁਹਾਡੇ ਵਿਰੋਧ ਵਿੱਚ ਸਵਾਲ ਕਰਦਾ। ਨਾਨਕ ਸਿੰਘ ਨੂੰ ਜਦੋਂ ਸਵਾਲ ਕੀਤਾ ਉਹ ਭੈਣ ਨੇ, ਉਹ ਕਹਿੰਦੀ ਵੀ ਤੂੰ ਕਿੰਨੇ ਨਾਵਲ ਲਿਖੇ ਨੇ, ਕਿੰਨੀਆਂ ਥਾਵਾਂ ਤੇ ਤੂੰ ਬੋਲਿਆ, ਕਿੰਨੇ ਨਾਵਲ ਲੋਕਾਂ ਦੇ ਹੱਥਾਂ ਤੱਕ ਤੇਰੇ ਗਏ ਨੇ, ਤੈਨੂੰ ਕੀ ਲੱਗਦਾ ਤੇਰੇ ਨਾਵਲਾਂ ਨਾਲ ਦੁਨੀਆ ਬਦਲ ਜਾਣੀ ਹੈ? ਤੈਨੂੰ ਕੀ ਲੱਗਦਾ ਤੇਰੇ ਨਾਵਲ ਪੜ੍ਹ ਕੇ ਲੋਕ ਬਹੁਤ ਚੇਂਜ ਹੋ ਜਾਣਗੇ, ਬੜਾ ਫਰਕ ਪੈ ਜਾਣਾ? ਸਿਰਫ ਕਾਗਜ਼ ਕਾਲੇ ਕਰੀ ਜਾਂਦਾ ਹੈ। ਲੋਕ ਰੌਣਕ ਮੇਲਾ ਵੇਖਦੇ ਨੇ ਜਾਂ ਆ ਜਾਂਦੇ ਨੇ, ਬਾਅਦ 'ਚ ਘਰਾਂ 'ਚ ਜਾ ਕੇ ਨਾਵਲ ਜੇ ਲੈ ਵੀ ਜਾਂਦੇ ਨੇ ਤਾਂ ਸੁੱਟ ਦਿੰਦੇ ਹੋਣਗੇ। ਮੈਨੂੰ ਨਹੀਂ ਲੱਗਦਾ ਵੀ ਤੇਰੇ ਨਾਵਲਾਂ ਨੇ ਬਹੁਤੀ ਕੋਈ ਅਕਲ ਕਿਸੇ ਨੂੰ ਦਿੱਤੀ ਹੋਣੀ ਹੈ। ਇਹਦਾ ਮਤਲਬ ਹੈ ਸਵਾਲ ਕਰਨ ਵਾਲੇ ਦਾ ਸਵਾਲ ਕਿਸੇ ਕਿਹੜੇ ਵਿੱਚੋਂ ਸੀ। ਹੁਣ ਉਹਨੇ ਨਾਵਲ ਲਿਖੇ ਸਨ, ਸਮਝਦਾਰ ਸੀ। ਜੇ ਤੇ ਗੁੱਸੇ ਵਿੱਚ ਆ ਜਾਂਦਾ ਤੇ ਸ਼ਾਇਦ ਹੋ ਸਕਦਾ ਹਾਲਾਤ ਉੱਥੇ ਵੀ ਪਰੇਸ਼ਾਨੀ ਵਾਲੇ ਬਣ ਜਾਂਦੇ ਵੀ। ਔਰ ਉਹਨੇ ਬੜੇ ਪਿਆਰੀ ਵਿਉਂਤਬੰਦੀ ਨਾਲ, ਬੜੇ ਪਿਆਰੇ ਢੰਗ ਨਾਲ ਜਵਾਬ ਦਿੱਤਾ। ਉਹ ਕਹਿੰਦਾ, ਭੈਣੇ ਤੂੰ ਆਪਣੀ ਸੱਸ ਨੂੰ ਜਾਣਦੀ ਹੈ? ਕਹਿੰਦੀ ਹਾਂ ਜਾਣਦੀ ਹਾਂ। ਕਹਿੰਦੇ ਤੂੰ ਆਪਣੀ ਸੱਸ ਦੀ ਸੱਸ ਨੂੰ ਜਾਣਦੀ ਹੈ? ਕਹਿੰਦੀ ਹਾਂ ਸੁਣਿਆ ਉਹਦੇ ਬਾਰੇ ਮਾੜਾ ਮੋਟਾ। ਕਹਿੰਦੇ ਅੱਛਾ ਆਪਣੀ ਮਾਂ ਬਾਰੇ ਵੀ ਜਾਣਦੀ ਹੋਣੀ ਹੈ? ਕਹਿੰਦੀ ਹਾਂ ਉਹਦੇ ਬਾਰੇ ਵੀ ਸੁਣਿਆ। ਮਾਂ ਨੂੰ ਤਾਂ ਜਾਣਦੀ ਹਾਂ ਚੰਗੀ ਤਰ੍ਹਾਂ, ਮਾਤਾ ਦੀ ਮਾਤਾ ਬਾਰੇ ਕਹਿੰਦੇ ਸੁਣਿਆ, ਉਹਨੂੰ ਵੀ, ਨਾਨੀ ਨੂੰ ਵੀ ਮੈਂ ਜਾਣਦੀ ਹਾਂ। ਨਾਨਕ ਸਿੰਘ ਕਹਿੰਦੇ ਵੀ ਜਿਉਂ ਆਪਣੇ ਘਰ ਵਿੱਚ ਸਫਾਈ ਤੂੰ ਕਰਨੀ ਸ਼ੁਰੂ ਕੀਤੀ ਹੈ ਕਿ ਤੇਰੀ ਸੱਸ ਜਾਂ ਤੇਰੀ ਮਾਤਾ ਵੀ ਕਰਦੇ ਹੁੰਦੀ ਸੀ ਘਰ ਵਿੱਚ? ਕਹਿੰਦੇ ਇਹਦੇ 'ਚ ਕਿੱਡੀ ਔਖੀ ਗੱਲ ਹੈ ਵੀ ਮਾਤਾ ਵੀ ਕਰਦੀ ਸੀ ਤੇ ਮੈਂ ਵੀ ਕਰਦੀ ਹਾਂ। ਕਹਿੰਦੇ ਮਾਤਾ ਦੀ ਮਾਤਾ ਵੀ ਕਰਦੀ ਹੋਣੀ ਹੈ ਘਰ 'ਚ ਸਫਾਈ? ਕਹਿੰਦੇ ਹਾਂ ਉਹ ਵੀ ਕਰਦੀ ਸੀ। ਕਹਿੰਦੇ ਹੱਦ ਹੋ ਗਈ ਹੈ, ਤੀਜੀ ਪੀੜ੍ਹੀ ਹੈ ਤੇਰੇ ਅਕੋਰਡਿੰਗ, ਤੁਹਾਡੇ ਹਿਸਾਬ ਨਾਲ ਤੀਜੀ ਪੀੜ੍ਹੀ ਹੈ ਜਿਹੜੇ ਘਰ 'ਚ ਸਫਾਈ ਕਰ ਰਹੇ ਹੋ। ਕਿੰਨਾ ਕੁ ਘਰ 'ਚ ਗੰਦ ਪਿਆ ਜਿਹੜਾ ਸਾਫ਼ ਹੀ ਨਹੀਂ ਹੋ ਰਿਹਾ? ਜਾਂ ਤੁਸੀਂ ਬੰਦ ਕਿਉਂ ਨਹੀਂ ਕਰ ਦਿੰਦੇ ਸਫਾਈ ਕਰਨੀ? ਕਿ 3 ਪੀੜ੍ਹੀਆਂ ਲੰਘ ਗਈਆਂ ਨੇ, ਹੁਣ ਤੇ ਛੱਡ ਦਿਓ। ਉਸ ਭੈਣ ਨੇ ਹੱਥ ਜੋੜ ਕੇ ਕਿਹਾ ਵੀ ਜੇ ਇੱਕ ਦਿਨ ਸਫਾਈ ਨਾ ਕਰੀਏ ਤੇ ਗੰਦਗੀ ਪਤਾ ਕਿੰਨੀ ਪੈ ਜਾਂਦੀ ਹੈ। ਤੇ ਨਾਨਕ ਸਿੰਘ ਕਹਿੰਦੇ ਇਸੇ ਤਰ੍ਹਾਂ ਸਾਹਿਤ ਵਿੱਚ ਸਫਾਈ ਦੇ ਰਾਹੀਂ ਦਿਮਾਗ ਦਾ ਕਚਰਾ ਵੀ ਰੋਜ਼ ਨਾ ਕੱਢਿਆ ਜਾਏ ਤੇ ਇੱਥੇ ਵੀ ਕਚਰਾ ਬਹੁਤ ਭਰ ਜਾਂਦਾ। ਇਸ ਕਰਕੇ ਚੰਗਾ ਪੜ੍ਹਨਾ ਲਿਖਣਾ, ਚੰਗਾ ਬੋਲਣਾ, ਚੰਗੇ ਸਾਹਿਤ ਨਾਲ ਰਿਸ਼ਤਾ ਜੋੜਨਾ ਵੀ ਕੌਮਾਂ ਦੀ ਬਹੁਤ ਵਡਮੁੱਲੀ ਦਾਤ ਹੁੰਦੀ ਹੈ। ਮੈਂ ਬੈਠੇ ਹੁਣੇ ਵੀਰ ਸ਼ਮਸ਼ੇਰ ਸਿੰਘ ਨਾਲ ਗੱਲ ਕਰਦਾ ਸੀ ਵੀ ਬੱਚੇ ਗੁਰੂ ਦੀ ਗੋਦ ਵਿੱਚ ਆਉਂਦੇ ਨੇ, ਕੀਰਤਨ ਕਰ ਲੈਂਦੇ ਨੇ, ਕੀਰਤਨ ਕਰਨਾ ਆਉਂਦਾ ਹੈ। ਇਹ ਠੀਕ ਹੈ, ਜ਼ਰੂਰੀ ਨਹੀਂ ਹਰ ਸ਼ਬਦ ਦੇ ਅਰਥ ਇਹਨਾਂ ਬੱਚਿਆਂ ਨੂੰ ਆਉਂਦੇ ਹੋਣਗੇ, ਪਰ ਕੀਰਤਨ ਤੇ ਆਉਂਦਾ ਹੈ ਨਾ, ਸ਼ਬਦ ਤਾਂ ਪੜ੍ਹਦੇ ਨੇ ਨਾ। ਜਿਹਨੂੰ ਅੱਜ ਸ਼ਬਦ ਪੜ੍ਹਨਾ ਆਉਂਦਾ ਹੈ, ਕਿਸੇ ਦਿਨ ਦਿਮਾਗ ਵਿੱਚ ਇਹ ਵੀ ਆਏਗਾ ਵੀ ਜੇ ਮੈਂ ਅੱਜ ਸ਼ਬਦ ਇਹ ਪੜ੍ਹਿਆ ਤੇ ਇਹਦੇ ਮੀਨਿੰਗ ਕੀ ਪੜ੍ਹਦੇ ਹੋਣਗੇ। ਹੋ ਸਕਦਾ ਕਿਸੇ ਦਿਨ ਇਸ ਬੰਦੇ ਨੂੰ ਧਿਆਨ ਆ ਜਾਏ ਸਾਡਾ, ਜਿਹੜਾ ਅੱਜ ਸਿਰਫ ਮੱਥਾ ਟੇਕਣੇ ਇਸ ਕਰਕੇ ਆਏ ਵੀ ਚੱਲ ਬਾਬਾ ਜੀ ਨੇ ਕਿਹਾ ਹੈ। ਹੁਣ ਜੇ ਨਾ ਬਾਬਾ ਜੱਸਾ ਜੀ ਦੇ ਕਹਿਣ ਤੇ ਗਏ ਤੇ ਕੱਲ ਨੂੰ ਕਿਤੇ ਮਿਲਣਗੇ ਤੇ ਕਹਿਣਗੇ ਤੁਹਾਨੂੰ ਕਿਹਾ ਸੀ ਵੀ ਤੁਸੀਂ ਆਏ ਨਹੀਂ, ਇਸ ਕਰਕੇ ਹੀ ਆਇਆ ਹੈ। ਪਰ ਹੋ ਸਕਦਾ ਕੋਈ ਗੱਲ ਕੰਨਾਂ 'ਚ ਪੈ ਜਾਏ, ਤੇ ਜੇ ਗੱਲ ਕੰਨਾਂ 'ਚ ਪੈ ਜਾਏ ਹੋ ਸਕਦਾ ਸੋਚਣ ਲੱਗ ਜਾਏ। ਤਾਂ ਹੀ ਬਾਬੇ ਦੀ ਬਾਣੀ ਨੇ ਨਾ, ਜਿਹੜੇ ਮੰਗਲਾਚਰਨ ਵਿੱਚ ਮੈਂ 2 ਸ਼ਲੋਕ ਪੜ੍ਹੇ ਸਨ ਬਾਬਾ ਕਬੀਰ ਜੀ ਦੇ, ਉਹਨੂੰ ਫਿਰ ਇੱਕ ਵਾਰ ਆਪ ਸਾਰਿਆਂ ਦੇ ਸਨਮੁਖ ਦੁਹਰਾਉਣਾ। ਕਬੀਰ ਚੰਦਨ ਕਾ ਬਿਰਵਾ ਭਲਾ। ਭਲਾ ਸ਼ਬਦ ਸਾਨੂੰ ਸਾਰਿਆਂ ਨੂੰ ਸਮਝ ਆਉਂਦਾ ਚੰਗਾ। ਬੇੜਿਓ ਢਾਕ ਪਲਾਸ, ਜਿਹੜਾ ਚੰਦਨ ਦਾ ਬਿਰਵਾ ਹੈ ਉਹ ਬੜਾ ਚੰਗਾ ਹੈ। ਉਹਦੇ ਆਲੇ ਦੁਆਲੇ ਬਹੁਤ ਸਾਰਾ ਕੂੜਾ ਕਰਕਟ ਹੈ, ਬਹੁਤ ਸਾਰੀ ਗੰਦਗੀ ਹੈ, ਬਹੁਤ ਸਾਰਾ ਘਾਹ ਉਹਦੇ ਆਲੇ ਦੁਆਲੇ ਹੋ ਗਿਆ ਹੈ, ਔਰ ਉਹ ਆਪਣੀ ਸੁਗੰਧੀ ਨਹੀਂ ਛੱਡਦਾ। ਔਰ ਸਗੋਂ ਜਿਹੜੀਆਂ ਚੀਜ਼ਾਂ ਉਹਦੇ ਆਲੇ ਦੁਆਲੇ ਹੁੰਦੀਆਂ ਨੇ ਨਾ, ਉਹ ਵੀ ਹੌਲੀ ਹੌਲੀ ਚੰਦਨ ਵਾਂਗ ਸੁਗੰਧਿਤ ਹੋਣ ਲੱਗ ਜਾਂਦੀਆਂ ਨੇ।
ਉਹਨਾਂ ਵਿੱਚੋਂ ਵੀ ਚੰਦਨ ਦੀ ਸਮੈਲ ਆਉਣ ਲੱਗ ਜਾਂਦੀ ਹੈ, ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਹੁਣ ਕੀ ਇਸ ਸ਼ਲੋਕ ਦੇ ਰਾਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ, ਬਾਬਾ ਨਾਨਕ ਜੀ ਦੇ ਘਰ, ਬਾਬਾ ਕਬੀਰ ਜੀ ਇਹ ਦੱਸਣਾ ਚਾਹੁੰਦੇ ਨੇ ਵੀ ਚੰਦਨ ਵਿੱਚ ਕਿੱਡੀ ਵੱਡੀ ਖੂਬੀ ਹੈ? ਨਹੀਂ, ਪਹਿਲਾਂ ਵੀ ਪਤਾ ਹੋਣਾ ਹੈ ਚੰਦਨ ਬਾਰੇ ਲੋਕਾਂ ਨੂੰ। ਹੋ ਸਕਦਾ ਹੈ ਅੱਜ ਤੋਂ 200-400 ਸਾਲ ਬਾਅਦ ਵੀ ਚੰਦਨ ਦੀ ਖੂਬੀ ਬਾਰੇ ਪਤਾ ਹੋਣਾ ਹੈ। ਪਰ ਬਾਬਾ ਕਬੀਰ ਜੀ ਜਿਹੜੀ ਗੱਲ ਕਹਿਣੀ ਚਾਹੁੰਦੇ ਨੇ ਨਾ, ਉਹ ਇਹ ਕਹਿਣੀ ਚਾਹੁੰਦੇ ਨੇ ਵੀ ਚੰਦਨ ਦੇ ਲਾਗੇ ਜਿਹੜੀ ਚੀਜ਼ ਰਹਿੰਦੀ ਹੈ ਉਹ ਖੁਸ਼ਬੂ ਦਾ ਆਨੰਦ ਮਾਣਦੀ ਹੈ। ਤੇ ਸਾਡੇ ਵਾਸਤੇ ਗੁਰੂ ਚੰਦਨ, ਤੇ ਅਸੀਂ ਇਸ ਗੁਰੂ ਚੰਦਨ ਦੇ ਲਾਗੇ ਜਦੋਂ ਜਾਣਾ ਹੈ ਤੇ ਇਹਦੀਆਂ ਅਗਲੀਆਂ ਪੰਕਤੀਆਂ ਵੇਖਿਓ ਕਿੱਡੀਆਂ ਪਿਆਰੀਆਂ ਨੇ। ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ, ਇੱਕ ਇਹ ਨੁਕਤਾ ਹੈ। ਤੇ ਇੱਕ ਕੀ ਨੁਕਤਾ ਹੈ? ਓਏ ਪੀ ਚੰਦਨ, ਬੋਲੋ ਗੱਜ ਕੇ, ਓਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ, ਉਹ ਵੀ ਚੰਦਨ ਹੋ ਜਾਂਦਾ ਹੈ ਜਿਹੜਾ ਚੰਦਨ ਦੇ ਲਾਗੇ ਰਹਿੰਦਾ ਹੈ। ਇਹ ਗੱਲ ਕਿਹਦੇ ਨਾਲ ਚੱਲਦੀ ਹੈ? ਇਹ ਸਨ ਬਾਬਾ ਬਘੇਲ ਸਿੰਘ ਵਰਗੇ ਯੋਧੇ ਜਿਹੜੇ ਗੁਰੂ ਦੇ ਲਾਗੇ ਹੋਏ ਤੇ ਗੁਰੂ ਦਾ ਰੂਪ ਬਣ ਗਏ। 1765 ਵਿੱਚ ਪਹਿਲੀ ਵਾਰ ਦਿੱਲੀ ਫਤਿਹ ਕੀਤੀ ਬਘੇਲ ਸਿੰਘ ਨੇ, 1765 ਵਿੱਚ, ਔਰ 1787 ਵਿੱਚ ਅਖੀਰਲੀ ਵਾਰ। 17 ਵਾਰ ਦਿੱਲੀ ਫਤਿਹ ਕੀਤੀ। ਦਿੱਲੀ ਦੀ 1200 ਏਕੜ ਜ਼ਮੀਨ ਉਸ ਵੇਲੇ ਬੰਦਾ ਸਿੰਘ ਮਾਫ ਕਰਿਓ ਬਘੇਲ ਸਿੰਘ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ ਗਈ, ਜਿਹਦੇ ਦਸਤਾਵੇਜ਼ ਇਤਿਹਾਸ ਦੇ ਪੰਨਿਆਂ ਵਿੱਚ ਅੱਜ ਤੱਕ ਵੀ ਮੌਜੂਦ ਨੇ। ਪਰ ਸਵਾਲ ਇਹ ਹੈ ਵੀ ਇਹ ਪੰਨੇ ਫਰੋਲੇਗਾ ਕੌਣ? ਤੁਹਾਨੂੰ ਫਰੋਲਣ ਕਿਹਨੇ ਦੇਣੇ ਨੇ? ਜਿਹੜੇ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਗੱਲ ਨਹੀਂ ਕਰਨ ਦਿੰਦੇ, ਜਿਹੜੇ ਪੰਜਾਬ ਵਿੱਚ ਰਹਿ ਕੇ ਗੁਰੂ ਦੀ ਗੱਲ ਨਹੀਂ ਕਰਨ ਦਿੰਦੇ, ਜਿਹੜੇ ਗੁਰਦੁਆਰੇ ਦੇ ਅੰਦਰ ਬਹਿ ਕੇ ਗੁਰੂ ਨਾਨਕ ਦੇ ਘਰ ਦੀ ਗੱਲ ਨਹੀਂ ਕਰਨ ਦਿੰਦੇ, ਤੁਹਾਨੂੰ ਲੱਗਦਾ ਵੀ ਉਹ ਦਿੱਲੀ ਦਾ ਇਤਿਹਾਸ ਫਰੋਲ ਲੈਣ ਦੇਣਗੇ ਸਾਨੂੰ? ਵੀ ਆਓ ਤੁਹਾਨੂੰ ਦੱਸਦੇ ਆ ਤੁਹਾਡੇ ਵੱਡ ਵਡੇਰਿਆਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਇਸ ਲਈ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਵੀ ਇਤਿਹਾਸ ਅਕਸਰ ਉਹਨਾਂ ਕੌਮਾਂ ਦੇ ਹੁੰਦੇ ਨੇ ਜਿਹੜੀਆਂ ਜਿੱਤ ਜਾਂਦੀਆਂ ਨੇ, ਜਿਹੜੀਆਂ ਪਾਵਰ ਵਿੱਚ ਹੁੰਦੀਆਂ ਨੇ, ਜਿਨ੍ਹਾਂ ਕੋਲ ਤਾਕਤ ਹੁੰਦੀ ਹੈ। ਜਿਨ੍ਹਾਂ ਕੋਲ ਤਾਕਤ ਨਹੀਂ ਹੁੰਦੀ ਉਹਨਾਂ ਦਾ ਇਤਿਹਾਸ ਕੀਮਤੀ ਵੀ ਹੋਏ ਅਗਲੇ ਬਦਲ ਲੈਂਦੇ ਨੇ। ਜੇ ਅੱਜ ਦੇ ਇਤਿਹਾਸ ਦੀ ਅਸੀਂ ਜਿਹੜੀ ਮਿੱਥ ਦੀ ਗੱਲ ਅਸੀਂ ਕਰਦੇ ਹਾਂ, ਅਸੀਂ ਇੱਕ ਸ਼ਬਦ ਵਰਤਦੇ ਹਾਂ, ਅੱਜ ਦਾ ਦਿਨ ਬਦੀ ਉੱਤੇ ਨੇਕੀ ਦੀ ਜਿੱਤ ਹੈ। ਇਹ ਅਸੀਂ ਕਹਿੰਦੇ ਆ। ਸ੍ਰੀਲੰਕਾ ਵਾਲਿਆਂ ਨੂੰ ਪੁੱਛੋਗੇ ਤੇ ਉਹ ਕਹਿਣਗੇ ਨਹੀਂ, ਏਦਾਂ ਨਹੀਂ ਹੈ। ਉੱਥੇ ਹੋਰ ਗੱਲ ਹੈ, ਕਿਉਂਕਿ ਜਿੱਤਿਆਂ ਨੇ ਇਤਿਹਾਸ ਆਪਣੀ ਮਰਜ਼ੀ ਨਾਲ ਲਿਖ ਹੀ ਲੈਣਾ ਹੁੰਦਾ, ਪਰ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ, ਹਰ ਇੱਕ ਉਸ ਕਹਾਣੀ ਨੂੰ ਆਪਣੇ ਢੰਗ ਨਾਲ ਘੜ ਲੈਂਦੇ ਨੇ। ਤੇ ਅਸੀਂ ਹੌਲੀ ਹੌਲੀ ਪੜਾਅ ਦਰ ਪੜਾਅ ਇਹ ਗੱਲ ਸਮਝਣ ਦੀ ਬਜਾਏ ਵੀ ਅਸੀਂ ਚੰਦਨ ਗੁਰੂ ਦੇ ਲਾਗੇ ਬਹਿ ਕੇ ਚੰਦਨ ਹੋਣਾ ਹੈ, ਅਸੀਂ ਚੰਦਨ ਲਾਗੇ ਬਹਿਣਾ ਹੀ ਛੱਡਤਾ, ਅਸੀਂ ਚੰਦਨ ਲਾਗੇ ਹੋਣਾ ਹੀ ਛੱਡ ਦਿੱਤਾ। ਤੁਸੀਂ ਕੱਲ ਦੀਆਂ ਅਖਬਾਰਾਂ ਵੇਖ ਲਿਓ, ਰਿਸ਼ਤਾ ਨਹੀਂ ਰਾਵਣ ਨਾਲ ਕੋਈ ਵੀ ਸਾਡਾ, ਪਰ ਸੜਦਾ ਵੇਖਣ ਤੇ ਜਾਣਾ ਹੀ ਹੈ ਨਾ। ਕਈ ਵੀ ਜਾਣਾ, ਸਾਡਾ ਕੋਈ ਲੈਣਾ ਦੇਣਾ ਨਹੀਂ, ਸਾਡਾ ਕੋਈ ਇਹਦੇ ਨਾਲ ਰਿਸ਼ਤਾ ਨਹੀਂ, ਪਰ ਵੇਖਣ ਜਾਣਾ, ਸੜਦਾ ਵੇਖਣਾ। ਸਾਰਾ ਸਾਲ ਇਹ ਗੱਲਾਂ ਕਰਨੀਆਂ ਵੀ ਵੇਖੋ ਪ੍ਰਦੂਸ਼ਣ ਬਹੁਤ ਹੋ ਗਿਆ। ਆ ਜਦੋਂ ਖੇਤਾਂ ਦੀ ਪਰਾਲੀ ਨੂੰ ਅੱਗ ਲੱਗਦੀ ਹੈ ਤੇ ਦਿੱਲੀ ਤੱਕ ਇਹ ਧੂੰਆਂ ਜਾਂਦਾ, ਪਰ ਰਾਵਣ ਦਾ ਧੂੰਆਂ ਮੈਨੂੰ ਲੱਗਦਾ ਸ਼ਾਇਦ ਪਤਾ ਨਹੀਂ ਹੋਏ ਹੁੰਦਾ ਹੀ ਨਹੀਂ ਹੈ, ਜਾਂ ਰਾਵਣ ਦੇ ਧੂਏ ਦਾ ਫਿਕਰ ਨਹੀਂ ਹੁੰਦਾ। ਤੁਸੀਂ ਵੇਖ ਹੀ ਰਹੇ ਹੋ ਸ਼ਾਮਾਂ ਤੋਂ ਕੀ ਬਣ ਰਿਹਾ। ਕੋਈ ਬੋਲਣ ਲਈ ਰਾਜ਼ੀ ਨਹੀਂ, ਕੋਈ ਗੱਲ ਕਰਨ ਲਈ ਰਾਜ਼ੀ ਨਹੀਂ ਨਾ ਕਿਸੇ। ਹਾਲਾਂਕਿ ਜਿਹੜੇ ਰਾਜਨੀਤਿਕ ਲੀਡਰ ਕਹਿ ਰਹੇ ਨੇ ਨਾ ਵੀ ਪਰਾਲੀ ਦਾ ਧੂੰਆਂ ਵਾਤਾਵਰਣ ਨੂੰ ਗੰਧਲਾ ਕਰਦਾ ਹੈ, ਉਹਨਾਂ ਸਾਰੇ ਹੀ ਰਾਜਨੀਤਿਕ ਲੀਡਰਾਂ ਨੇ ਜਾ ਕੇ ਰਾਵਣ ਸੜਦਾ ਵੇਖਣਾ, ਪਰ ਕਿਸੇ ਦੇ ਮੂੰਹੋਂ ਸ਼ਬਦ ਨਹੀਂ ਫੁੱਟਣਾ, ਕਿਸੇ ਨੇ ਜ਼ਰੂਰਤ ਨਹੀਂ ਕਰਨੀ। ਮੈਂ ਨਹੀਂ ਕਹਿੰਦਾ ਵੀ ਪਰਾਲੀ ਨੂੰ ਅੱਗ ਲਾਉਣੀ ਚਾਹੀਦੀ ਹੈ, ਇਹ ਨਾ ਇਹਦੇ ਅਰਥ ਕੱਢ ਲਿਓ ਵੀ ਸ਼ਾਇਦ ਇਹ ਭਾਈ ਸਾਹਿਬ ਕਹਿੰਦੇ ਨੇ ਪਰਾਲੀ ਨੂੰ ਤਾਂ ਸਾੜਨਾ। ਮੈਂ ਨਹੀਂ ਕਹਿੰਦਾ ਪਰਾਲੀ ਸਾੜਨੀ ਚਾਹੀਦੀ ਹੈ, ਪਰਾਲੀ ਨੂੰ ਅੱਗ ਲਾਉਣ ਦਾ ਤਰੀਕਾ ਲੱਭਣਾ ਚਾਹੀਦਾ ਹੈ। ਪਰ ਜੇ ਪਰਾਲੀ ਦਾ ਧੂੰਆਂ ਵਾਤਾਵਰਣ ਨੂੰ ਗੰਧਲਾ ਕਰਦਾ ਹੈ ਤੇ ਜਿਹੜੀ ਇਹ ਪੋਲਿਊਸ਼ਨ ਜਿਹੜਾ ਹੁਣ ਫੈਲਾਇਆ ਜਾ ਰਿਹਾ, ਜਿਹੜਾ ਜ਼ਹਿਰ ਹੁਣ ਹਵਾ ਵਿੱਚ ਜਿਹੜੀਆਂ ਫਿਜ਼ਾਵਾਂ 'ਚ ਹੁਣ ਘੋਲਿਆ ਜਾ ਰਿਹਾ,
ਹੁਣ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਿਉਂ ਨੇ? ਹੁਣ ਕਿਉਂ ਨਹੀਂ ਬੋਲਦੇ ਬੰਦੇ? ਘੱਟੋ ਘੱਟ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ, ਇੰਨਾ ਕੀ ਕਰ ਲਈਏ। ਜਿਹੜੇ ਗੁਰੂ ਨਾਨਕ ਦੀ ਸਿੱਖੀ ਨਾਲ ਰਿਸ਼ਤਾ ਰੱਖਦੇ ਨੇ ਉਹ ਘੱਟੋ ਘੱਟ ਇਸ ਦਿਨ ਵਿੱਚ ਭੀੜ ਹੀ ਘਟਾ ਲਿਆ ਕਰੀਏ ਉੱਥੇ, ਵੀ ਘੱਟੋ ਘੱਟ ਅਸੀਂ ਨਹੀਂ ਵੇਖਣ ਜਾਣਾ ਜਦੋਂ ਸਾਡਾ ਰਿਸ਼ਤਾ ਹੀ ਨਹੀਂ ਉਹਦੇ ਨਾਲ। ਤੇ ਅੱਛਾ ਵੇਖੋ, ਵੇਖਣ ਵੀ ਕੀ ਜਾਣਾ ਹੈ? ਅੱਗ ਬਲਦੀ। ਇਹਦੇ ਤੋਂ ਇਲਾਵਾ ਹੋਰ ਦੱਸ ਦਿਓ ਕੀ ਹੁੰਦਾ ਹੈ ਉੱਥੇ? ਪਟਾਕੇ ਚੱਲਦੇ ਵੇਖਣ ਜਾਣਾ? ਵੇਖਣਾ ਕੀ ਹੈ? ਜੇ ਵੇਖਣਾ ਹੀ ਹੈ ਤਾਂ ਇਤਿਹਾਸ ਦੇ ਵਰਕੇ ਫਰੋਲ ਕੇ ਵੇਖੇ ਜਾ ਸਕਦੇ ਆ। ਜੇ ਵੇਖਣਾ ਹੀ ਹੈ ਤਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਦੀ ਅਸੀਸ ਲਈ ਜਾ ਸਕਦੀ ਹੈ। ਜੇ ਵੇਖਣਾ ਹੀ ਹੈ ਤਾਂ ਸਾਨੂੰ ਆਪਣੀ ਵਿਰਾਸਤ ਦਾ ਕੋਈ ਵਰਕਾ ਫਰੋਲ ਲੈਣਾ ਚਾਹੀਦਾ ਹੈ, ਪਰ ਨਾ ਮੰਨਦੇ ਵੀ ਨਹੀਂ ਆ। ਉਹ ਬੜੀ ਵਾਰ ਮੈਂ ਉਹ ਕਹਾਣੀ ਆਮ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ ਵੀ ਸਾਡੀ ਹਾਲਤ ਉਹ ਹੈ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਅਸੀਂ ਚੋਗਾ ਨਹੀਂ ਚੁਗਣਾ ਕਿਉਂਕਿ ਜਾਲ ਵਿੱਚ ਫਸ ਜਾਵਾਂਗੇ। ਸ਼ਿਕਾਰੀ ਆਇਆ, ਚੋਗਾ ਪਾਇਆ, ਚੋਗਾ ਚੁਗਿਆ, ਜਾਲ ਵਿੱਚ ਫਸ ਗਏ। ਪਰ ਵਾਰੇ ਬਲਿਹਾਰੇ ਜਾਈਏ, ਇੱਕ ਗੱਲ ਤੇ ਫਸੇ ਹੋਏ ਕਹਿ ਅਜੇ ਵੀ ਇਹੋ ਹੀ ਰਹੇ ਆ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਅਸੀਂ ਚੋਗਾ, ਹੋਰ ਕਿਹੜਾ ਚੋਗਾ ਪਾਉਣਾ? ਤੁਸੀਂ ਵੇਖੋ ਕਿਹਨੂੰ ਕਿਹਨੂੰ ਚੋਗਾ ਨਹੀਂ ਪਾਇਆ। ਅਸੀਂ ਕੋਈ ਬਚੇ ਆ ਚੋਗੇ ਤੋਂ? ਭਲਾ ਜਨ ਸਧਾਰਨ ਬੰਦੇ ਤੋਂ ਲੈ ਕੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਤੱਕ ਗੱਲ ਕਰ ਲਓ, ਕਿਉਂਕਿ ਮੈਂ ਜਥੇਦਾਰ ਤਾਂ ਕਹਿ ਲਿਆ ਵੀ ਵਿਚਲੇ ਸਾਰੇ ਹੀ ਆ ਜਾਣੇ। ਕੋਈ ਬੰਦਾ ਬਚਿਆ ਜਿਹੜਾ ਚੋਗੇ ਦਾ ਸ਼ਿਕਾਰ ਨਾ ਹੋਇਆ ਹੋਵੇ? ਹਾਂ, ਬਦਲ ਸਕਦੇ ਨੇ ਚੋਗੇ, ਵੱਡਾ ਛੋਟਾ ਹੋ ਸਕਦਾ ਹੈ, ਆਪਣੇ ਢੰਗ ਤਰੀਕੇ ਦਾ ਹੋ ਸਕਦਾ ਹੈ, ਪਰ ਹਰ ਬੰਦਾ ਚੋਗਾ ਚੁਗ ਕੇ ਜਾਲ ਵਿੱਚ ਫਸਿਆ ਹੋਇਆ ਕਹਿ ਰਿਹਾ ਵੀ ਅਸੀਂ ਚੋਗਾ ਨਹੀਂ ਚੁਗਣਾ ਕਿਉਂਕਿ ਜਾਲ ਵਿੱਚ। ਹੋਰ ਕਿਵੇਂ ਫਸਣਾ ਹੁੰਦਾ? ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ 17 ਵਾਰ ਤੇ ਗਿਣਤੀ ਸਿੱਖਾਂ ਦੀ ਉਸ ਵੇਲੇ ਅੱਜ ਨਾਲੋਂ ਘੱਟ ਹੈ, ਤੇ ਸਾਧਨ ਉਸ ਵੇਲੇ ਸਿੱਖਾਂ ਕੋਲ ਅੱਜ ਨਾਲੋਂ ਘੱਟ ਨੇ। ਪੜ੍ਹੇ ਲਿਖੇ ਸਿੱਖ ਉਦੋਂ ਅੱਜ ਨਾਲੋਂ ਘੱਟ ਨੇ, ਸਾਧਨ ਜ਼ਿਆਦਾ ਨੇ। ਅੱਜ ਅਸੀਂ ਹਰ ਤਰ੍ਹਾਂ ਦੇ ਸਾਧਨ ਸਾਡੇ ਕੋਲ ਨੇ। ਅੱਜ ਇੱਥੇ ਬਹਿ ਕੇ ਅਸੀਂ ਗੱਲ ਕਰ ਰਹੇ ਹਾਂ, ਇਹ ਗੱਲ ਕੱਲ ਤੱਕ ਪੂਰੀ ਦੁਨੀਆ ਦੇ ਲੋਕਾਂ ਨੇ ਸੁਣ ਲੈਣੀ ਹੈ, ਕਿਤੇ ਬੈਠਾ ਵੀ ਸੁਣ ਸਕਦਾ ਹੈ। ਪੜ੍ਹਾਈ ਲਿਖਾਈ ਸਾਡੇ ਕੋਲ ਜ਼ਿਆਦਾ ਹੈ। ਕਿੰਨੇ ਬੱਚੇ ਸਾਡੇ ਇੰਟੈਲੀਜੈਂਟ ਨੇ, ਕਿੰਨੇ ਪੜ੍ਹੇ ਲਿਖੇ ਨੇ, ਕਿੰਨੇ ਅੱਜ ਸਾਡੇ ਬੱਚੇ, ਜੇ ਅਸੀਂ ਪੰਜਾਬ ਦੀ ਇਕੱਲੇ ਦੀ ਗੱਲ ਕਰੀਏ, ਹਰ ਤਰ੍ਹਾਂ ਦੀ ਨੌਲੇਜ ਰੱਖਦਾ ਬੱਚਾ ਪੰਜਾਬ ਵਿੱਚ ਹੈਗਾ ਹੈ। ਪਰ ਅਸੀਂ ਜਦੋਂ ਕੋਈ ਪ੍ਰੋਗਰਾਮ ਉਲੀਕਣਾ ਹੀ ਨਹੀਂ, ਅਸੀਂ ਕਿਸੇ ਬੰਨੇ ਤੁਰਨ ਦੀ ਗੱਲ ਹੀ ਨਹੀਂ, ਔਰ ਜਿਹਨੇ ਕਰਨੀ ਹੈ ਉਹਦੇ ਸਿਰ ਤੇ ਕੁੰਡਾ ਅਗਲਿਆਂ ਨੇ ਰੱਖ ਦੇਣਾ, ਨਾ 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 ਤੁਹਾਨੂੰ ਨਹੀਂ ਇਹ ਗੱਲ ਕਰਨੀ ਚਾਹੀਦੀ, ਤੁਹਾਨੂੰ ਨਹੀਂ ਏਦਾਂ ਬੋਲਣਾ ਚਾਹੀਦਾ, ਬੱਚਿਆਂ ਨੂੰ ਇਸ ਬੰਨੇ ਨਹੀਂ ਤੋਰਨਾ ਚਾਹੀਦਾ। ਤੋ ਇਹ ਗੱਲਾਂ ਜਿੰਨਾ ਚਿਰ ਤੱਕ ਅਸੀਂ ਧਿਆਨ ਨਾਲ ਨਹੀਂ ਸਮਝਾਂਗੇ ਔਰ ਇਹਦੇ ਤੇ ਸਾਰੇ ਹੀ ਅਮਲ ਕਰਨ ਦਾ ਯਤਨ ਨਹੀਂ ਕਰਾਂਗੇ, ਜਿੰਨਾ ਕਿ ਯੋਗਦਾਨ ਪਾ ਦਿੱਲੀ ਛੱਡ ਦਿਓ, ਸਾਡੇ ਤੋਂ ਨਹੀਂ ਹੋਣੀ ਫਤਿਹ। ਮੰਨ ਲੈਨੇ ਆਪਾਂ ਆਪਣਾ ਆਪ ਹੀ ਫਤਿਹ ਕਰ ਲਈਏ ਅਸੀਂ, ਤੇ ਆਪਣਾ ਆਪ ਵੀ ਫਤਿਹ ਕਰਨ ਜੋਗੇ ਨਹੀਂ। ਔਖਾ ਕੰਮ ਹੈ ਨਾ ਦਿੱਲੀ ਫਤਿਹ ਕਰਨੀ, ਮੰਨ ਲਿਆ, ਹਾਲਾਂਕਿ ਹੈ ਨਹੀਂ ਏਦਾਂ, ਪਰ ਚਲੋ ਮੈਂ ਮੰਨ ਲੈਣਾ ਵੀ ਦਿੱਲੀ ਫਤਿਹ ਕਰਨੀ ਔਖੀ ਗੱਲ ਹੈ। ਅਸੀਂ ਆਪਣੇ ਆਪ ਨੂੰ ਫਤਿਹ ਕਰ ਲਈਏ ਹੋ ਸਕਦਾ, ਪਰ ਨਾ, ਜਦੋਂ ਇੱਥੇ ਬਹਿੰਦੇ ਆ ਸੁਣਦੇ ਆ ਇੱਦਾਂ ਮਾਹੌਲ ਜਿਹਾ ਬਣਦਾ, ਐਂ ਲੱਗਦਾ ਵੀ ਆਪਣੇ ਆਪ ਨੂੰ ਫਤਿਹ ਕਰ ਲੈਣਾ ਚਾਹੀਦਾ। ਪਰ ਜਦੋਂ 9, 9:30 ਵਜੇ ਤੱਕ ਪ੍ਰਸ਼ਾਦਾ ਛਕ ਲੈਣਾ, ਉਦੋਂ ਫਿਰ ਘਰ ਨੂੰ ਜਾਂਦਿਆਂ ਜਾਂਦਿਆਂ ਹੌਲੀ ਹੌਲੀ ਲੱਗਣਾ ਕਿੱਥੇ ਔਖਾ ਬਹੁਤ ਹੈ, ਬਾਹਲੀ ਮੁਸੀਬਤ ਵਾਲੀ ਗੱਲ ਹੈ। ਇਹਨਾਂ ਪ੍ਰਚਾਰਕਾਂ ਦਾ ਕੀ ਹੈ, ਤਾਂ ਤਿਆਰੀ ਕਰਕੇ ਅੱਧਾ ਪੌਣਾ ਘੰਟਾ ਕਿਤਾਬਾਂ ਪੜ੍ਹ ਲੈਂਦੇ ਨੇ, ਇਹ ਤੇ ਕਹਿ ਦਿੰਦੇ ਨੇ ਐਂ ਕਰ ਲਓ, ਪਰ ਕਿੱਥੇ ਦੁਨੀਆਦਾਰ ਲੋਕ ਆ, ਸੰਸਾਰ ਵਿੱਚ ਰਹਿੰਦੇ ਆ, ਝਮੇਲਿਆਂ ਦਾ ਭਰੀ ਜ਼ਿੰਦਗੀ ਹੈ। ਗੁਰੂ ਕੇ ਪਿਆਰ ਵਾਲਿਓ, ਇਸ ਬਾਬੇ ਦੀ ਬਾਣੀ ਦੇ ਅਸਲੀ ਸਰੂਪ ਨੂੰ, ਅਸਲੀ ਵਿਚਾਰਧਾਰਾ ਨੂੰ ਅਸੀਂ ਆਪਣੇ ਆਪ ਤੱਕ ਪਹੁੰਚਾਉਣ ਵਿੱਚ ਵੀ ਅਸਮਰੱਥ ਹਾਂ। ਮੈਨੂੰ ਵੀਰ ਜੀ ਹੋਣੀ ਬਾਬਾ ਜੀ ਕਹਿੰਦੇ ਸੀ ਪੰਥਕ ਲਹਿਰ, ਪੰਥਕ ਮਰਿਆਦਾ ਬਾਰੇ ਥੋੜੀ ਜਿਹੀ ਗੱਲ ਕਰਨੀ ਹੈ। ਮੈਨੂੰ ਕਹਿੰਦੇ ਸੀ ਪੰਥਕ ਰਹਿਣੀ ਤੇ ਗੱਲ ਕਰਨੀ ਹੈ।
ਹੁਣ ਇਹ ਪੰਥਕ ਰਹਿਣੀ ਹੈ ਜਦੋਂ ਤੁਸੀਂ ਕਿਸੇ ਟੀਮ ਦਾ ਹਿੱਸਾ ਬਣਾਉਂਦੇ ਹੋ ਆਪਣੇ ਆਪ ਨੂੰ। ਟੀਮ ਦਾ ਹਿੱਸਾ ਬਣਨਾ, ਟੀਮ ਬਣਾਉਣੀ ਤੇ ਟੀਮ ਦਾ ਬਣੇ ਰਹਿਣਾ, ਇਹ ਆਪਣੇ ਆਪ 'ਚ ਬਹੁਤ ਵੱਡੀਆਂ ਗੱਲਾਂ ਹੁੰਦੀਆਂ। ਟੀਮਾਂ ਬਣਾਉਣੀਆਂ ਵੀ ਔਖੀਆਂ ਨੇ, ਟੀਮ ਦਾ ਹਿੱਸਾ ਬਣ ਕੇ ਰਹਿਣਾ ਵੀ ਔਖਾ ਹੈ, ਤੇ ਟੀਮਾਂ ਤੋਂ ਬਿਨਾਂ ਸਾਡੀ ਵੈਲਿਊ ਵੀ ਕੋਈ ਨਹੀਂ ਹੁੰਦੀ ਜਿੰਨਾ ਚਿਰ ਤੱਕ ਅਸੀਂ ਟੀਮ ਦਾ ਪਾਰਟ ਨਹੀਂ ਬਣਦੇ। ਇਸ ਕਰਕੇ ਪੰਥ ਟੀਮ ਹੈ, ਉਹਦੇ 'ਚ ਬਘੇਲ ਸਿੰਘ ਵਰਗੇ ਯੋਧੇ ਵੀ ਨੇ, ਉਹਦੇ 'ਚ ਗੁਰਜੀਤ ਸਿੰਘ ਬੋਤਾ ਸਿੰਘ ਵਰਗੇ ਉਹ ਮਰਦ ਗੰਮੜੇ ਯੋਧੇ ਵੀ ਨੇ, ਪਰ ਇਹ ਗੁੜਤੀ, ਇਹ ਕੁਆਲਿਟੀ ਸਾਡੇ ਵਿੱਚ ਕਿਵੇਂ ਆਵੇ, ਉਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈਣਾ ਪੈਣਾ ਹੈ। ਪਰ ਅਸੀਂ ਚੋਗਿਆਂ ਵਿੱਚ ਫਸੇ ਹੋਏ, ਅਸੀਂ ਉਸ ਸਮੱਸਿਆ ਦੇ ਵਿੱਚ ਉਲਝੇ ਹੋਏ ਬੰਦੇ। ਔਰ ਅੱਜ ਦੀ ਦੁਨੀਆ ਦੇ ਅੰਦਰ ਹਰ ਬੰਦਾ ਇੰਨਾ ਸਿਆਣਾ ਹੈ, ਅਗਲੇ ਦੇ ਬੋਲਣ ਤੋਂ ਬਿਨਾਂ ਹੀ ਅੰਦਾਜ਼ਾ ਲਾ ਲੈਂਦਾ ਵੀ ਇਹ ਚਾਹੁੰਦਾ ਕੀ ਹੈ। ਅਸੀਂ ਇੰਨੇ ਨਜੂਮੀ ਆ ਨਾ, ਅਸੀਂ ਇੰਨੇ ਅੰਤਰਜਾਮੀ ਆ ਵੀ ਅਸੀਂ ਕਿਸੇ ਦਾ ਫੇਸ ਵੇਖ ਕੇ ਅੰਦਾਜ਼ਾ ਲਾ ਲੈਂਦੇ ਵੀ ਇਹ ਚਾਹੁੰਦਾ ਕੀ ਹੋਣਾ। ਭਾਵੇਂ ਅੰਦਾਜ਼ਾ ਗਲਤ ਲੱਗੇ ਤੇ ਭਾਵੇਂ ਠੀਕ ਲੱਗੇ, ਉਹ ਬਾਅਦ ਦੀ ਗੱਲ ਹੈ, ਪਰ ਅੰਦਾਜ਼ਾ ਅਸੀਂ ਆਪਣੇ ਆਪ ਵਿੱਚ ਸਾਰੇ ਹੀ ਲਾ ਲੈਂਦੇ। ਮੈਂ ਉਦਾਹਰਣ ਦਿੱਤੀ ਸੀ ਇੱਕ ਵਾਰ, ਦੁਨੀਆ ਜੀਣ ਥੋੜੀ ਦਿੰਦੀ ਹੈ ਕਿਸੇ ਵੀ ਬੰਨੇ। ਮੰਨ ਲਓ ਸਿਰ ਦਾ ਸਾਈਂ ਘਰੋਂ ਬਾਹਰ ਗਿਆ, ਪਤਨੀ ਘਰ ਵਿੱਚ ਹੈ, ਸਿਰ ਦਾ ਸਾਈਂ ਘਰ ਵਿੱਚ ਦਾਖਲ ਹੋਇਆ, ਭੈਣ ਕਿਸੇ ਨਾਲ ਗੱਲ ਕਰ ਰਹੀ ਸੀ ਫੋਨ ਤੇ, ਉਹਨੇ ਵੇਖਿਆ ਵੀ ਸਾਈਂ ਘਰ ਆ ਗਿਆ, ਉਹਨੇ ਫੋਨ ਕੱਟਤਾ ਵੀ ਮੈਂ ਬਾਅਦ 'ਚ ਗੱਲ ਕਰਦੀ ਹਾਂ। ਹੁਣ ਗੱਲ ਤਾਂ ਇਹ ਸੀ ਵੀ ਹੋ ਸਕਦਾ ਅਗਲੀ ਨੇ ਅਦਬ 'ਚ ਕੱਟਿਆ ਹੋਵੇ, ਵੀ ਸਤਿਕਾਰ ਕੀਤਾ ਹੈ ਵੀ ਇਹ ਸਵੇਰ ਦਾ ਗਿਆ ਹੈ, ਹੁਣ ਘਰ ਆਇਆ, ਇਹਦਾ ਹਾਲ ਚਾਲ ਪੁੱਛ ਲੈਣੀ ਆ, ਗੱਲ ਫਿਰ ਕਰ ਲਾਂਗੀ। ਇਹ ਵੀ ਤਾਂ ਸੋਚਿਆ ਜਾ ਸਕਦਾ ਸੀ ਨਾ, ਪਰ ਸੋਚਣ ਵਾਲੇ ਨੇ ਐਂ ਥੋੜੀ ਸੋਚਣਾ। ਉਹਨੇ ਬਾਕੀ ਗੱਲਾਂ ਬਾਅਦ 'ਚ ਪਹਿਲਾਂ ਇਹ ਪੁੱਛਣਾ ਵੀ ਗੱਲ ਕਿਹਦੇ ਨਾਲ ਕਰਦੀ ਸੀ, ਮੈਨੂੰ ਵੇਖ ਕੇ ਕਿਉਂ ਫੋਨ ਕੱਟਿਆ। ਅੱਛਾ ਜੇ ਨਾ ਕੱਟਦੀ, ਮੰਨ ਲਓ ਜੇ ਨਾ ਕੱਟੇ, ਗੱਲ ਕਰਦੀ ਰਵੇ, ਫਿਰ ਠੀਕ ਹੈ ਨਾ। ਫਿਰ ਸਾਈਂ ਨੇ ਇਹ ਕਹਿਣਾ ਵੀ ਤੈਨੂੰ ਮਾੜੀ ਮੋਟੀ ਵੀ ਕੋਈ ਫਿਕਰ ਨਹੀਂ ਮੇਰੀ, ਵੀ ਗੱਲ ਕਿੰਨੀ ਕੁ ਜ਼ਰੂਰੀ ਸੀ, ਬਾਅਦ 'ਚ ਵੀ ਹੋ ਸਕਦੀ ਸੀ ਇਹ। ਹੁਣ ਤੁਸੀਂ ਜਦੋਂ ਏਦਾਂ ਅੰਦਾਜ਼ੇ ਲਾਉਨੇ ਹੋ ਨਾ, ਬਿਨਾਂ ਗੱਲਾਂ ਤੋਂ, ਬਿਨਾਂ ਮਤਲਬ ਤੋਂ, ਬਿਨਾਂ ਰੀਜ਼ਨ ਜਾਣਨ ਤੋਂ, ਔਰ ਜਦੋਂ ਤੁਸੀਂ ਇਹ ਸ਼ਬਦ ਮੂੰਹੋਂ ਕੱਢ ਬਹਿਣਾ ਹੈ ਨਾ, ਆਪਣੇ ਵੱਲੋਂ ਜਿਸ ਰੂਪ 'ਚ ਵੀ ਕੱਢ ਬਹਿਣਾ, ਇਹਦੀ ਭਰਪਾਈ ਬਾਅਦ 'ਚ ਛੇਤੀ ਨਹੀਂ ਹੋਣੀ, ਇਹਨੂੰ ਟਾਈਮ ਲੱਗਣਾ ਹੈ। ਐਵੇਂ ਨਹੀਂ ਸੀ ਬਾਬੇ ਦੀ ਬਾਣੀ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੇ ਜਿਹੜੀਆਂ ਗੱਲਾਂ ਕੀਤੀਆਂ ਸੀ ਨਾ, ਉਹਨੂੰ ਧਿਆਨ ਨਾਲ ਸਮਝਿਓ। ਐਵੇਂ ਥੋੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੇ ਰਾਹੀਂ ਜਦੋਂ ਸਾਡੀ ਅਗਵਾਈ ਕਰਦੇ ਨੇ, ਸਾਨੂੰ ਸੁੰਦਰ ਉਪਦੇਸ਼ ਦਿੰਦੇ ਨੇ, ਤੇ ਮਹਾਰਾਜ ਕਹਿੰਦੇ ਪ੍ਰਤੀਤ ਲਿਆਉਣਾ ਸਿੱਖ, ਯਕੀਨ ਕਰ ਗੁਰੂ ਤੇ, ਭਰੋਸਾ ਕਰਨਾ ਸਿੱਖ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਤੈਨੂੰ ਯਕੀਨ ਕਿੱਥੇ ਆਉਂਦਾ? ਜਿਹਨੂੰ ਗੁਰੂ ਤੇ ਨਹੀਂ ਆਇਆ, ਉਹਨੂੰ ਰਿਸ਼ਤਿਆਂ ਤੇ ਕਿੱਥੇ ਆਉਣਾ, ਉਹਨੂੰ ਆਪਣੇ ਨਾਲ ਦਿਆਂ ਤੇ ਕਿੱਥੇ ਆਉਣਾ? ਕਿਉਂਕਿ ਉਹਦੇ ਦਿਮਾਗ 'ਚ ਤਾਂ ਸ਼ੱਕ ਬੈਠਾ ਹੈ, ਕਰ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਿਹੜੇ ਘਰ ਨੇ, ਸਭ ਤੋਂ ਮੁੱਢਲਾ ਕੰਮ ਇਹ ਬਾਣੀ 'ਚ ਬੜੇ ਪਿਆਰੇ ਸ਼ਬਦ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਮਿਲੀਏ ਸ਼ੰਕ ਉਤਾਰ। ਗੁਰੂ ਨੂੰ ਮਿਲੀਦਾ ਨਾ, ਸ਼ੰਕਾ ਲਾ ਕੇ ਮਿਲੀਦਾ। ਜੇ ਗੁਰੂ ਨੂੰ ਮਿਲਦਿਆਂ ਵੀ ਸ਼ੰਕੇ ਕਰਨੇ ਨੇ, ਉਹ ਤਾਂ ਅਰਦਾਸ ਕਰਕੇ ਵੀ ਬੰਦਾ ਸੋਚੀ ਜਾਂਦਾ ਪੂਰੀ ਹੋਏਗੀ ਕਿ ਨਹੀਂ ਹੋਏਗੀ। ਚਾਰ ਬੰਦਿਆਂ ਤੋਂ ਸਲਾਹ ਲੈਂਦਾ ਵੀ ਜਿਹਦੇ ਗਾੜੀ ਕੀਤੀ ਉਹਦੇ ਤੇ ਭਰੋਸਾ ਕਰ ਲਾ। ਰੋਜ਼ ਪੜ੍ਹ ਕੇ, ਅਸੀਂ ਰੋਜ਼ ਬਾਣੀ ਦੇ ਸ਼ਬਦ ਪੜ੍ਹ ਕੇ, ਗੁਰਪੂਰੇ ਮੇਰੀ ਰਾਖ ਲਈ, ਪਰ ਯਕੀਨ ਆਉਂਦਾ? ਜੇ ਆਉਂਦਾ ਹੁੰਦਾ, ਮੈਂ ਦਾਅਵੇ ਨਾਲ ਕਹਿੰਦਾ ਘੱਟੋ ਘੱਟ ਪੰਜਾਬ, ਜਿੰਨਾ ਕੁ ਪੰਜਾਬ ਹੈਗਾ, ਇੰਨੇ ਕੁ ਪੰਜਾਬ ਦੇ ਲੋਕ ਸਿਰਫ ਪੂਰੇ ਗੁਰੂ ਤੇ ਹੀ ਭਰੋਸਾ ਰੱਖਦੇ, ਕਿਸੇ ਹੋਰ ਕੋਲ ਨਾ ਜਾਂਦੇ ਰਖਾਉਣ ਵਾਸਤੇ। ਜੇ ਇੰਨਾ ਭਰੋਸਾ ਸਾਡਾ ਗੁਰੂ ਤੇ ਵੱਜ ਜਾਂਦਾ, ਪਰ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਗੁਰੂ ਕੋਲ ਬਹਿ ਕੇ, ਜਿਹੜੀ ਗੱਲ ਮੈਂ ਜਿੱਥੋਂ ਸ਼ੁਰੂ ਕੀਤੀ ਸੀ, ਜਿਹਦੇ ਕੋਲ ਬਹਿ ਕੇ, ਜਿਹਦੇ ਨਾਲ ਗੱਲ ਕਰਦੇ ਆ ਨਾ, ਗੁਰੂ ਚੰਦਨ ਦੇ ਲਾਗੇ ਹੋਏ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਓਏ ਭੀ ਚੰਦਨ ਹੋਏ ਰਹਿ ਬਸੇ ਜੋ ਚੰਦਨ। ਜਿਹੜਾ ਗੁਰੂ ਦੇ ਲਾਗੇ ਬਹਿੰਦਾ ਉਹ ਗੁਰੂ ਵਰਗਾ ਹੋ ਜਾਂਦਾ। ਸਿੰਪਲ ਇਹੀ ਅਰਥ ਹੋਣਗੇ ਨਾ, ਜਿਹੜਾ ਗੁਰੂ ਦੇ ਲਾਗੇ ਬਹਿੰਦਾ
ਉਹ ਗੁਰੂ ਵਰਗਾ, ਬੋਲੋ ਗੱਜ ਕੇ, ਗੁਰੂ ਵਰਗਾ ਹੋ ਜਾਂਦਾ ਹੈ। ਹੁਣ ਗੁਰੂ ਕੋਲ ਬਹਿਣ ਵਾਲੇ ਕਿੰਨੇ ਨੇ ਤੇ ਗੁਰੂ ਵਰਗੇ ਕਿੰਨੇ ਹੋਏ ਨੇ, ਇਹਦਾ ਫੈਸਲਾ ਕਰਨਾ ਹੋਵੇ ਤੇ ਬਹੁਤੀ ਦੇਰ ਥੋੜੀ ਲੱਗਦੀ ਹੈ ਕਿਤੇ। ਜਿੰਨਾ ਚਿਰ ਤੱਕ ਅਸੀਂ ਇਸ ਤਰ੍ਹਾਂ ਨਾਲ ਹਰ ਇੱਕ ਚੀਜ਼ ਨੂੰ, ਹਰ ਘਟਨਾ ਨੂੰ ਧਿਆਨ ਨਾਲ ਨਹੀਂ ਵੇਖਦੇ, ਅਸੀਂ ਪੰਥ ਦਾ ਹਿੱਸਾ ਨਹੀਂ ਬਣਦੇ। ਇੱਕ ਬੇਨਤੀ ਹੋਰ ਕਰਾਂ ਤੁਹਾਡੇ ਚਰਨਾਂ 'ਚ, ਗੁਰੂ ਸਾਹਿਬ ਜੀ ਨੇ 1708 ਵਿੱਚ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ। 1708 ਵਿੱਚ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਸਿੱਖਾਂ ਨੇ ਕਿਹਾ ਮਹਾਰਾਜ ਜੇ ਤੁਹਾਡੇ ਦੀਦਾਰ ਕਰਨੇ ਹੋਣ ਤੇ ਕਿੱਥੋਂ ਹੋਣਗੇ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਆਤਮਾ, ਬੋਲੋ ਗੱਜ ਕੇ, ਆਤਮਾ ਗ੍ਰੰਥ ਵਿੱਚ। ਮਹਾਰਾਜ ਕਿਤੇ ਕਿਤੇ ਸਾਡਾ ਤੁਹਾਨੂੰ ਵੇਖਣ ਨੂੰ ਜੀ ਕਰ ਆਵੇ, ਜੇ ਤੁਹਾਡੇ ਹੀ ਦੀਦਾਰ ਕਰਨੇ ਹੋਣ, ਤੁਹਾਨੂੰ ਹੀ ਵੇਖਣਾ ਹੋਵੇ, ਆਤਮਾ ਨਾ ਵੇਖਣੀ ਹੋਵੇ, ਉਹ ਕਿੱਥੋਂ ਵੇਖੀਏ? ਤੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਂ ਨਹੀਂ ਦਿਸਣਾ ਅੱਜ ਤੋਂ ਬਾਅਦ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਨੂੰ ਨਹੀਂ ਵੇਖ ਸਕਦੇ। ਨਿਰਾਸ਼ ਨਹੀਂ ਕੀਤਾ ਮਹਾਰਾਜ ਨੇ ਸਿੱਖਾਂ ਨੂੰ। ਮਹਾਰਾਜ ਨੇ ਕਿਹਾ ਪਿਆਰੇ ਬੱਚਿਓ, ਘਬਰਾਉਣ ਦੀ ਲੋੜ ਨਹੀਂ, ਆਤਮਾ ਗ੍ਰੰਥ ਵਿੱਚੋਂ ਦਿਸੇਗੀ ਤੇ ਸਰੀਰ, ਗੱਜ ਕੇ ਬੋਲੋ, ਸਰੀਰ ਕਿੱਥੋਂ ਦਿਸੇਗਾ? ਕਿਹੜਾ ਬੰਦਾ ਦਾਵਾ ਕਰੇਗਾ ਮੇਰੇ 'ਚ ਅੱਜ ਕਲਗੀਧਰ ਪਾਤਸ਼ਾਹ ਜੀ ਵਾਲੀ ਰੂਹ ਹੈ? ਕੋਈ 2 4 10 15 20 50 ਤੇ ਕੱਢ ਹੀ ਸਕਦੇ ਆ ਨਾ ਆਪਾਂ। ਤੇ ਜੇ 6 ਸਾਲ ਹੋ ਚੱਲੇ ਨੇ, 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਦਿੱਲੀ ਫਤਿਹ ਦਿਵਸ ਤਾਂ ਵੱਡੀਆਂ ਗੱਲਾਂ ਨੇ, ਤਾਂ ਵੱਡਾ ਸਿਲਸਿਲਾ ਹੈ। ਤੁਹਾਨੂੰ ਯਾਦ ਹੋਣਾ ਹੈ ਸਾਰਿਆਂ ਨੂੰ, ਸ਼ਾਇਦ ਸਤਿਕਾਰਯੋਗ ਵੀਰ ਜੀ ਹੋਣੀ ਬੈਠੇ ਆ, ਬਹੁਤ ਸਾਰੇ ਤਾਂ ਤੁਸੀਂ ਜਿਹੜੇ ਅਖਬਾਰਾਂ ਪੜ੍ਹਦੇ ਰਹੇ ਹੋ, ਜਿਹੜੇ ਉਹਨਾਂ ਵੇਲਿਆਂ 'ਚ ਸ਼ਮੂਲੀਅਤ ਕਰਦੇ ਰਹੇ ਆ, ਵੀਰ ਸੁਖਵਿੰਦਰ ਸਿੰਘ ਜੀ ਹੋਣੀ ਬੈਠੇ ਆ, ਬਹੁਤੇ ਤਾਂ ਅਸੀਂ ਜਾਣਦੇ ਆ। 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਤੇ ਪਹਿਲੀ ਬੇਅਦਬੀ ਪੰਜਾਬ ਦੀ ਧਰਤੀ ਤੇ ਹੋਈ ਸੀ। ਤੇ ਬੇਅਦਬੀ ਕਰਨ ਵਾਲਿਆਂ ਨੇ ਕੰਧਾਂ ਤੇ ਇਸ਼ਤਿਹਾਰ ਲਿਖ ਕੇ ਲਾਏ ਸੀ ਵੀ ਅਸੀਂ ਖੜੇ ਆ ਸਰੂਪ। ਅਸੀਂ ਖੜੇ ਆ, ਜੇ ਹੈ ਹਿੰਮਤ ਤੁਹਾਡੇ 'ਚ, ਜ਼ੁਰਤ ਹੈਗੀ ਹੈ, ਜੇ ਪੰਜਾਬ ਜਿਉਂਦਾ ਹੈ ਤੇ ਲੱਭ ਲਓ ਕਿੱਥੇ ਹੈ। ਤੁਹਾਨੂੰ ਕੀ ਲੱਗਦਾ ਕਿਸੇ ਨੋਰਮਲ ਜਿਹੇ ਬੰਦੇ ਨੇ ਐ ਕਰਤਾ ਹੋਣਾ? ਇਦਾਂ ਕਿੱਦਾਂ ਹੋ ਸਕਦਾ? ਨਾਲੇ ਪੰਜਾਬ ਦੀ ਸਰਕਾਰ, ਇੰਟੈਲੀਜੈਂਸੀ, ਤੁਹਾਨੂੰ ਕੀ ਲੱਗਦਾ ਵੀ ਇੰਨੇ ਫੇਲੀਅਰ ਬੰਦੇ ਨੇ? ਤੇ ਨਾਲੇ ਉਸ ਵੇਲੇ ਜਿਹੜੀ ਸਰਕਾਰ ਸੀ ਉਹ ਤਾਂ ਕਹਿੰਦੀ ਵੀ ਸੀ ਅਸੀਂ ਪੰਥ ਦੀ ਸਰਕਾਰ ਆ, ਉਹ ਵੀ ਆਪਣੇ ਆਪ ਨੂੰ ਪੰਥ ਦਾ ਹਿੱਸਾ ਹੀ ਮੰਨਦੇ ਸਨ। ਸ਼ਰੇਆਮ ਕੰਧਾਂ ਤੇ ਇਸ਼ਤਿਹਾਰ ਲਿਖੇ ਅਗਲਿਆਂ ਨੇ ਵੀ ਅਸੀਂ ਸਰੂਪ ਚੋਰੀ ਕੀਤਾ, ਅਸੀਂ ਲੈ ਕੇ ਗਏ ਆ। ਔਰ ਉਹਦੇ 'ਚ ਇੱਕ ਗੱਲ ਹੋਰ ਵੀ ਸੀ, ਜੇ ਸਾਡੇ ਬਾਬੇ ਦੀ ਫਿਲਮ ਨਾ ਲੱਗਣ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰਾਂਗੇ। ਹੋਰ ਕੀ ਚਾਹੀਦਾ ਸੀ? ਬਾਬੇ ਦੀ ਫਿਲਮ ਸਮਝ ਗਏ ਹੋਣੇ ਹੋ ਤੁਸੀਂ। ਉਸ ਵੇਲੇ ਜਿਹੜਾ ਇਸ ਵੇਲੇ ਬਾਬਾ ਆਪਣੇ ਆਪ ਨੂੰ ਅਖਵਾਉਂਦਾ ਸੀ, ਉਹ ਅੱਜ ਜੇਲ੍ਹ ਵਿੱਚ ਹੈ। ਉਸ ਵੇਲੇ ਉਹ ਬਾਬਾ ਬਾਹਰ ਸੀ। ਉਹਦੀ ਇੱਕ ਫਿਲਮ ਆਈ ਸੀ, ਸ਼ਾਇਦ ਪਤਾ ਨਹੀਂ ਕੀ ਉਹ ਫਿਲਮ ਦਾ ਨਾਮ ਸੀ, ਮੈਸੇਂਜਰ ਆਫ ਗੋਡ, ਇਹੀ ਨਾਮ ਸੀ ਜੀ। ਹਾਂ, ਇਹ ਫਿਲਮ ਆਈ ਸੀ ਉਸ ਵੇਲੇ ਉਹਦੀ, ਰੱਬ ਦਾ ਸੁਨੇਹਾ ਦੇਣ ਵਾਲਾ। ਤੇ ਉਹ ਰੱਬ ਦਾ ਸੁਨੇਹਾ ਦੇਣ ਵਾਲਾ ਅਦਾਲਤਾਂ ਨੇ ਫਿਰ ਦੱਸਿਆ ਨਾ ਵੀ ਆਹ ਸੁਨੇਹਾ ਸੀ ਰੱਬ ਦਾ। 2015 ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਸਾਰੇ ਸਿੱਖ, ਹਰ ਬੰਦਾ ਜਿਹੜਾ ਇਨਸਾਨੀਅਤ ਨਾਲ ਪਿਆਰ ਕਰਦਾ ਸੀ ਨਾ, ਦੁਨੀਆ 'ਚ ਕਿਤੇ ਵੀ ਵੱਸਦਾ ਸੀ, ਉਹ ਤੜਫਿਆ, ਉਹਦੀ ਅੱਖ ਰੋਈ, ਉਹ ਪਰੇਸ਼ਾਨ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹਦਾ ਕਸੂਰ ਕੀ ਹੈ, ਜਿਹੜਾ ਸਰਬੱਤ ਦੇ ਭਲੇ ਦੀ ਗੱਲ ਸ਼ੁਰੂ ਕਰਦਾ ਹੈ। ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ ਦੀ ਬਾਤ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ, ਗੁਨਾਹ ਕੀ ਹੈ? ਮੈਂ ਕਹਿੰਦਾ ਸਿੱਖਾਂ ਨਾਲ ਕੋਈ ਮੁਸ਼ਕਲ ਹੋ ਸਕਦੀ ਹੈ, ਓਕੇ, ਕੋਈ ਗੱਲ ਨਹੀਂ। ਉਹ ਸਿੱਖ ਜਿਹੜੇ ਨਾਲ ਮੁਸ਼ਕਲ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਨਹੀਂ। ਤੁਹਾਡੀ ਅਣਖ ਨੂੰ ਵੰਗਾਰਨਾ ਹੈ, ਤੁਹਾਡੀ ਗੈਰਤ ਨੂੰ ਹੱਥ ਪਾਉਣਾ ਹੈ। ਤੇ ਗੈਰਤ ਨੂੰ ਹੱਥ ਇੱਕੋ ਹੀ ਚੀਜ਼ ਨਾਲ ਪਾਇਆ ਜਾ ਸਕਦਾ ਸੀ ਵੀ ਜੇ ਕੋਈ ਬੰਦਾ ਪੰਜਾਬ ਜਾਂ ਪੰਜਾਬ ਤੋਂ ਬਾਹਰ ਬੈਠਾ ਅੱਜ ਇਸ 21ਵੀਂ ਸਦੀ ਵਿੱਚ ਆਪਣੇ ਆਪ ਨੂੰ ਗੁਰੂ ਦਾ ਸਭ ਤੋਂ ਲਾਗੇ ਦਾ ਸਿੱਖ ਕਹਿੰਦਾ ਜਾਂ ਗੁਰੂ ਨਾਲ ਰਿਸ਼ਤਾ ਰੱਖਦਾ,
ਉਹਦੀ ਧੜਕਣ ਉਦੋਂ ਹੀ ਵਧਣੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਪੈਣਾ। ਬਾਕੀ ਸਾਰਾ ਕੁਝ ਤੇ ਕਰਕੇ ਵੇਖ ਲਿਆ ਸੀ ਉਹਨਾਂ ਨੇ, ਸਾਨੂੰ ਫਰਕ ਨਹੀਂ ਸੀ ਪੈਂਦਾ। ਚੌਂਕ 'ਚ ਤੁਰੇ ਜਾਂਦੇ ਬੰਦੇ ਦੀ ਪੱਗ ਲਾ ਕੇ ਵੇਖ ਲਈ, ਗਾਤਰਾ ਲਾ ਕੇ ਸੁੱਟ ਕੇ ਵੇਖ ਲਿਆ, ਨਹੀਂ ਫਰਕ ਪਿਆ। ਚੈੱਕ ਤਾਂ ਉਹ ਬਥੇਰੇ ਤਰੀਕਿਆਂ ਨਾਲ ਕਰਦੇ ਰਹੇ ਵੀ ਇੱਦਾਂ ਤੜਫਣਗੇ, ਇੱਦਾਂ ਤੜਫਣਗੇ, ਪਰ ਕਿਸੇ ਵੀ ਤਰੀਕੇ ਨਾਲ ਸਿਆਣਪ ਕਹਿ ਲਓ ਜਾਂ ਅਸੀਂ ਉਹਨੂੰ ਹੋਰ ਢੰਗ ਨਾਲ ਲੈਂਦੇ ਰਹੇ, ਪਰ ਅਖੀਰ ਅਗਲਿਆਂ ਨੂੰ ਲੱਗਿਆ ਵੀ ਹੱਦ ਹੋ ਗਈ, ਇਹ ਤਾਂ ਬੋਲਦੇ ਹੀ ਨਹੀਂ। ਤੇ ਇੱਕੋ ਹੀ ਤਰੀਕਾ, ਜੇ ਇਹਨਾਂ ਨੂੰ ਇਕੱਠਿਆਂ ਕਰਨਾ, ਇਹਨਾਂ ਨੂੰ ਬੋਲਣ ਲਾਉਣਾ ਤੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ ਜਾ ਸਕਦਾ। ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਇਨਸਾਫ ਪਸੰਦ ਹਰ ਬੰਦਾ ਰੋਇਆ, ਤੜਫੇ। ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਨਹੀਂ ਸੀ ਉਹ ਵੀ ਲੋਕ ਰੋਂਦੇ ਵੇਖੇ ਉਹਨਾਂ ਦਿਨਾਂ ਵਿੱਚ। ਸਵੇਰ ਦਾ ਵੇਲਾ ਸੀ, ਚੌਂਕੜਾ ਮਾਰ ਕੇ ਹੱਥ ਵਿੱਚ ਬਾਣੀ ਦੇ ਗੁਟਕੇ ਲੈ ਕੇ ਬਾਣੀ ਪੜ੍ਹ ਰਹੇ ਸਨ ਤੇ ਇਹੋ ਹੀ ਪੁੱਛ ਰਹੇ ਸਨ ਵੀ ਦੱਸ ਦਿਓ ਕਿਹਨੇ ਕੀਤੀ ਹੈ ਬੇਅਦਬੀ। ਕੀ ਹੋਇਆ? ਇਹ ਨਹੀਂ ਦੱਸਿਆ ਗਿਆ ਬੇਅਦਬੀ ਕਿਹਨੇ ਕੀਤੀ ਹੈ, ਸਗੋਂ 2 ਸਿੱਖ ਗੋਲੀਆਂ ਮਾਰ ਕੇ ਸ਼ਹੀਦ ਕਰਦੇ। ਕਿੰਨੀ ਨੇਰ ਕਰਦੀ ਹੈ। ਚਲੋ ਸ਼ਹੀਦ ਕਰਤੇ, ਉਹਦੇ ਤੋਂ ਬਾਅਦ 2 ਸਿੱਖ ਫੜ ਕੇ ਜੇਲ੍ਹ 'ਚ ਸੁੱਟਦੇ ਤੇ ਪੂਰਾ ਵਾਹ ਲਾਇਆ ਪੰਜਾਬ ਦੇ ਅੰਦਰ। ਮੈਂ ਗੱਲ ਚੋਗੇ ਦੀ ਕਰਦਾ, ਕਿੱਥੇ ਕਿੱਥੇ ਚੋਗਾ ਪਿਆ ਹੋਣਾ, ਜਿਹੜਾ ਪੰਜਾਬ ਦੀ ਹਰ ਇੱਕ ਤਾਕਤ ਇਸ ਗੱਲ ਤੇ ਲੱਗ ਗਈ ਵੀ ਜੇ ਕਿਤੇ ਹੋ ਸਕਦਾ ਤਾਂ ਇਹ ਬੇਅਦਬੀ ਦੀ ਜ਼ਿੰਮੇਵਾਰੀ ਸਿੱਖਾਂ ਦੇ ਮੱਥੇ ਹੀ ਮੜ ਦਿੱਤੀ ਜਾਏ। ਸ਼ੁਕਰ ਅਕਾਲ ਪੁਰਖ ਵਾਹਿਗੁਰੂ ਦਾ, ਰਹਿਮਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਸੱਚੇ ਪਾਤਸ਼ਾਹ ਜੀ ਆਪ ਵਰਤੇ। ਉਸ ਮਾਲਕ ਨੇ ਕਲਾ ਵਰਤਾਈ, ਬਹੁਤ ਬੁਰੀ ਤਰ੍ਹਾਂ ਨਾਲ ਉਹਨਾਂ ਵੀਰਾਂ ਨੂੰ ਮਾਰਿਆ, ਕੁੱਟਿਆ, ਟੌਰਚਰ ਕੀਤਾ ਗਿਆ। ਕਿਹੜਾ ਜ਼ੁਲਮ ਨਹੀਂ ਉਹਨਾਂ ਤੇ ਢਾਇਆ। ਇੱਕੋ ਹੀ ਗੱਲ ਕਹਿੰਦੇ ਸੀ, ਮੰਨ ਜਾਓ ਬੇਅਦਬੀ ਅਸੀਂ ਕੀਤੀ ਹੈ। ਉਹ ਕਹਿੰਦੇ ਨਹੀਂ, ਮਾਰ ਦਿਓ, ਮਾਰਨਾ ਤਾਂ, ਪਰ ਜੋ ਕੀਤਾ ਨਹੀਂ ਉਹ ਮੰਨ ਕਿਵੇਂ ਲਈਏ। ਤੇ ਰੱਬ ਦੀ ਰਹਿਮਤ ਹੀ ਕਹਿ ਸਕਦੇ ਹਾਂ, ਜੇ ਕਮਜ਼ੋਰ ਦਿਲ ਵਾਲੇ ਬੰਦੇ ਹੁੰਦੇ, ਜੇ ਕਿਤੇ ਮਾੜੇ ਮੋਟੇ ਡਰ ਵਾਲੇ ਬੰਦੇ ਫੜ ਲਏ ਹੁੰਦੇ ਤੇ ਜੇ ਉਹਨਾਂ ਦੇ ਮੂੰਹ ਇਹ ਸ਼ਬਦ ਨਿਕਲ ਜਾਂਦੇ ਤੇ ਕੱਢ ਤਾਂ ਸੀ ਨਾ ਪੂਰੀ ਦੁਨੀਆ 'ਚ ਜਲੂਸ ਅਗਲਿਆਂ ਨੇ ਵੀ ਵੇਖੋ ਆਪ ਹੀ ਬੇਅਦਬੀਆਂ ਕਰਦੇ ਨੇ, ਆਪ ਹੀ ਮਹਾਰਾਜ ਦੇ ਪੱਤਰੇ ਪਾੜਦੇ ਨੇ ਤੇ ਆਪ ਹੀ ਰੌਲਾ ਪਾਉਂਦੇ ਨੇ। ਤੇ 2015 ਦਾ ਇਤਿਹਾਸ ਬਣ ਜਾਣਾ ਸੀ, ਇਹ ਡਾਕੂਮੈਂਟ ਬਣ ਜਾਣੇ ਸੀ, ਇਹ ਲਿਖੀਆਂ ਜਾਣੀਆਂ ਸੀ ਗੱਲਾਂ। ਇਤਿਹਾਸਕਾਰਾਂ ਨੇ ਕਲਮਾਂ ਚੁੱਕਣੀਆਂ ਸੀ, ਲਿਖ ਦੇਣੀਆਂ ਸੀ। ਤੇ ਜਦੋਂ ਆਉਣ ਵਾਲੇ 50 ਸਾਲਾਂ ਬਾਅਦ ਕਿਸੇ ਨੇ ਇਤਿਹਾਸ ਪੜ੍ਹਨਾ ਸੁਣਨਾ ਸੀ, ਇੱਦਾਂ ਜਦ ਸਾਡੀ ਦੂਜੀ ਤੀਜੀ ਪੀੜ੍ਹੀ ਬੈਠੀ ਹੋਣੀ ਸੀ ਤੇ ਉਸ ਵੇਲੇ ਇਹ ਘਟਨਾ ਨੂੰ ਸੁਣਾਇਆ ਕਿੱਦਾਂ ਜਾਣਾ ਸੀ। ਖੈਰ, ਇਸ ਲਈ ਸਮਝੋ ਇਹਨਾਂ ਸਾਰੀਆਂ ਚੀਜ਼ਾਂ ਨੂੰ। ਇਹ ਨਾ ਸੋਚੋ, ਬਹੁਤੇ ਬੰਦੇ ਇੱਦਾਂ ਸੋਚਦੇ ਨੇ ਚਲੋ ਕੋਈ ਗੱਲ ਨਹੀਂ, ਫਿਰ ਕੀ ਫਰਕ ਪੈਂਦਾ, ਸਾਨੂੰ ਕੀ ਹੁੰਦਾ। ਤੁਸੀਂ ਪਰਿਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਜੇ ਅਜੇ ਵੀ ਲੱਗਦਾ ਕੁਛ ਨਹੀਂ ਹੋਇਆ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਕਦੀ ਸਾਨੂੰ ਲੱਗਣਾ ਹੈ ਵੀ ਕੁਝ ਹੋਇਆ। ਖੈਰ, ਉਸ ਜਗ੍ਹਾ ਤੇ ਜਦੋਂ ਉਹ 2 ਸਿੰਘ ਸ਼ਹੀਦ ਹੋ ਗਏ ਤੇ ਉਹਨਾਂ ਦਾ ਭੋਗ ਪਿਆ ਨਾ, ਉੱਥੇ ਇੱਕ ਇਸਲਾਮ ਨਾਲ ਸੰਬੰਧ ਰੱਖਦਾ ਵੀਰ, ਮੈਂ ਬੜੀ ਵਾਰ ਇਸ ਸੰਗਤ ਨਾਲ ਪਹਿਲਾਂ ਵੀ ਗੱਲ ਸਾਂਝੀ ਕੀਤੀ, ਉੱਥੇ ਇਸਲਾਮ ਨਾਲ ਸੰਬੰਧ ਰੱਖਦਾ ਇੱਕ ਵੀਰ ਆਇਆ ਸੀ। ਉਹ ਕਹਿੰਦਾ 3-4 ਮਿੰਟ ਮੈਂ ਬੋਲਣਾ ਹੈ ਤੇ ਉਹਨੇ 3 ਮਿੰਟ 4 ਮਿੰਟ ਹੀ ਉਹ ਬੋਲਿਆ ਸੀ ਤੇ ਉਹਨੇ 3 ਗੱਲਾਂ ਕਹੀਆਂ ਸਨ। ਪਹਿਲੀ ਗੱਲ ਉਹਨੇ ਇਹ ਕਹੀ ਸੀ, ਕਹਿੰਦਾ ਵੀ ਮੈਂ ਹੈਰਾਨ ਆ ਪੰਜਾਬ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਤੋਂ। ਪਹਿਲੀ ਗੱਲ ਉਹਨੇ ਕਹੀ ਸੀ, ਪੰਜਾਬ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਤੋਂ ਹੈਰਾਨ ਆ ਵੀ ਤੁਹਾਡਾ ਇਤਿਹਾਸ ਤੇ ਇਹ ਕਹਿੰਦਾ ਵੀ ਤੁਸੀਂ ਇਨਸਾਫ ਕਰਨਾ ਜਾਣਦੇ ਹੋ, ਤੁਹਾਨੂੰ ਇਨਸਾਫ ਲੈਣਾ ਆਉਂਦਾ ਹੈ, ਤੁਹਾਡੇ ਵੱਡ ਵਡੇਰੇ ਤੇ ਦੂਜਿਆਂ ਨੂੰ ਇਨਸਾਫ ਲੈ ਕੇ ਦਿੰਦੇ ਰਹੇ ਨੇ, ਤੇ ਅੱਜ ਕੀ ਹੋ ਗਿਆ? ਤੁਸੀਂ ਹਰੀ ਸਿੰਘ ਨਲਵੇ, ਤੁਸੀਂ ਸ਼ਾਮ ਸਿੰਘ ਅਟਾਰੀ ਵਰਗਾ, ਤੁਸੀਂ ਅਕਾਲੀ ਫੂਲਾ ਸਿੰਘ ਵਰਗਾ ਇੱਕ ਵੀ ਬੰਦਾ ਤੁਹਾਡੇ 'ਚ ਨਹੀਂ। ਤੁਸੀਂ ਜਰਨੈਲ ਸਿੰਘ ਵਰਗਾ ਇੱਕ ਵੀ ਬੰਦਾ ਪੈਦਾ ਨਹੀਂ ਕਰ ਸਕੇ ਪੰਜਾਬ 'ਚ। ਕਾਹਦੀਆਂ ਜਥੇਬੰਦੀਆਂ ਨੇ ਤੁਹਾਡੀਆਂ? ਫਿਰ ਜੇ ਜਥੇਬੰਦੀਆਂ ਨੇ ਵੀ ਚੋਗਾ ਲੈ ਕੇ ਚੁੱਪ ਹੀ ਕਰ ਜਾਣਾ ਹੁੰਦਾ ਹੈ। ਹੁਣ ਮੈਂ ਡਿਟੇਲ 'ਚ ਨਹੀਂ ਜਾ ਸਕਦਾ ਕਿਉਂਕਿ ਲੰਬੀ ਚੌੜੀ ਚਰਚਾ ਹੈ, ਬਹੁਤ ਕੁਝ ਇਹਦੇ ਤੇ ਸੁਣਿਆ ਸਮਝਿਆ ਤੇ ਜਾਣਿਆ ਜਾ ਸਕਦਾ। ਚੁੱਪ ਕਰਾ ਲਿਆ ਅਗਲਿਆਂ ਨੇ,
चुप हो गए। सब तो वध गुरु ग्रंथ साहब जी नूं प्यार का दावा करने वाले बंदे जेड़े किसी मिशनी कालज की लाइव बिंदी तो भी तड़प पैंदे सन, हाय गुरु ग्रंथ साहब की बेअदबी करती, इन्हां बिंदी क्यों लाती, उन्हां जथेबंदियां दे मुखियां ने भी मूहां चों जुबानां नहीं कड्डियां। इहदा मतलब है चोगा पिया सी। उन्हें एक ये सवाल किया, दूजा सवाल उन्हें किया पंजाब के नौजवानों को, कहता पंजाब के नौजवानों फिल्मां चो हीरो ना लभ्या करो, अपने पंजाब के असली हीरो पछाणो। तुहाडे नायक इतिहास विच पए ने, तुहाडे नायक गाणियां विच नहीं हन। तुसीं ते गाणियां ते फिल्मां चो नायक लभदे हो, इस करके किसी की जुरत पई है अज पंजाब की धरती ते गुरु ग्रंथ साहब जी की बेअदबी करन दी। तुसीं इतिहास विचों नायक पछाणे हुंदे, उन्हां नायकां नूं अपनी जिंदगी का रोल मॉडल मन्निया हुंदा, कोई जम्मिया नहीं सी पंजाब की धरती ते गुरु ग्रंथ साहब जी की बेअदबी कर जांदा। ते तीजी गल उहने सत्कारयोग मावां नूं संबोधन होके कही, कहता तीजी बेनती मैं अपनी मावां नूं करनी है। कहता पंजाब दी ये माए मैनूं एक गल दसी, तेरी कुख चों हरी सिंह नलूए जमदे सी, तेरी कुख चों श्याम सिंह अटारी जमदे सी, तेरी कुख चों करतार सराभे जमदे सन। 12 साल की उम्र विच करतार सराभे ने अपनी कौम की स्थिति नूं पछाण लिया सी। 12 साल की उम्र विच जून 1984 विच ना, जदों जून 1984 वापरिया सी तो लुधियाने की जेल विच 12 साल तो लैके 2 साल के बच्चे बंदी बनाए सन। 12 साल तो लैके 2 साल तक के बच्चे। जे कोई 2 साल का बच्चा भी दरबार साहब के आले दुआले दिसया तो उन्होंने गिरफ्तार कर लिया गया। 2 साल का बच्चा की हुंदा है? ते अखबारां दीयां सुर्खियां विच जिहड़े बयान छपे सन वो इस तरह के सन, वो कहंदे सी असीं 3 तरह के खतरनाक लोग फड़े ने उथों। एक ने जेड़े बहुत खतरनाक, जेड़े 12 साल तो लैके 8 साल तक दे ने, जेड़े 8 साल तो 6-7 साल दे ने, 5 साल दे ने, वो खतरनाक लोग ने। ते जेड़े असीं 4 साल तो थल्ले फड़े आ, वो आने वाले समय च खतरनाक बनने ने, इस करके उन्होंने फड़े गिरफ्तार किया। ते जे किसी ने दवाई दी तो उन्हों दी आवाज़ां, क्योंकि ये तो बहुता पुराना नहीं ना, 84 का इतिहास तो कल दीयां गल्लां ने, तो बहुती पुरानी कोई गल नहीं है। इस करके गुरु के प्यार वालिओ, जिहड़ियां कौमां इतिहास नूं भुलदियां ने, उन्हां कौमां नूं लोग भुल जांदे ने। किसी अदीब ने बड़ा प्यारा लिखिया सी, तागा तागा हो जांदी कबीलदारी, जेकर गंढ इतफाक दी खुल जावे, पारस मिट जांदी वो कौम गलत हरफ वांगरां, जिहड़ी कौम इतिहास नूं भुल जावे। ते वो लोग सदा इतिहास में जींदे ने, जिहड़े कहंदे ने साडी पिठ ते खड़ा इतिहास साडा, सानूं माण है लहू दे रंग उत्ते। असीं मायूस नहीं हुंदे कदे भी, अज भी असीं मायूस नहीं आ, असीं परेशान नहीं आ भी हालात बड़े खतरनाक ने। हालात इहदे नालों भी खतरनाक सन जदों बंदा सिंह बहादुर वर्गिया ने, जदों बघेल सिंह वर्गिया ने दिल्ली फतेह कीती सी। अज तां हालात बहुत चंगे ने, पर गल यह है साडे अंदर ये रुतबा मानण दी जाच जिस गुरु कोलों आके आउणी सी, उस गुरु नाल रिश्ता बनाउण दी जाच नहीं आउंदी सानूं। चंदन के निकटे बसै, बोलो गज के, चंदन के निकटे बसै बांस सुगंध ना होए, क्योंकि सानू रिश्ता बनाउणा नहीं आउंदा। ते गुरु साहब कहंदे आउंदा ही नहीं, कहंदे नहीं ਉਹ ਨੇ ਜਿਹੜੇ कबीर बांस वडाई बूढ़े आ, ਜਿਹੜੇ वांस वर्गे ਹੁੰਦੇ ਨੇ, ਵੇਖਣ ਨੂੰ ਵੱਡਾ ਲੱਗਦਾ ਹੈ वांस, ਉਹ ਘਾਹ ਦੇ ਬੂਟੇ ਨਾਲੋਂ ਵੱਡਾ ਲੱਗਦਾ ਹੈ, ਪਰ वांस वर्गा है। वांस ਨੂੰ नहीं समझाया जा रहा, वांस ਨੂੰ नहीं पता भी मेरा ਨਾਂ किते बाणी 'ਚ भी आउंदा है, वांस ਦਾ कोई मतलब ही नहीं है। कबीर बांस वडाई बूढ़े आ, इਉਂ मत डूबो कोए, चंदन के निकटे बसे बांस सुगंध ना होए। ते पहले श्लोक विच कहा, कबीर चंदन का बिरवा भला, बेड़ियो ढाक पलास, ओए पी चंदन होए रहे बसे जो चंदन पास। ये फैसला हुण असीं करना है भी बघेल सिंह का इतिहास याद करके सोचियो जरूर, पढ़े लिखे वीर भैणा जरूर इहदे ते जिक्र करियो, इहदा ध्यान करियो घर विच।
फेसबुक ते बहुत कुछ पैंदा है, इंस्टाग्राम अज साडे कोल सारिਆਂ कोल है। असीं सवेरे उठ के नाश्ता इंस्टाग्राम का ही करते हैं। किहड़ा बंदा है जिहड़ा सवेरे उठ के ये नहीं वेंदा भी कोई एक अद्धा मित्र वधिया कि नहीं वधिया। पर जे दुनिया तुहाडे नाल है तो दुनिया नूं दसो असीं कौन आ। लिख लिया करो किते अपने वडेरियां बारे, लिख लिया करो किते अपने पुरखियां बारे, दो दो शब्द लिखने शुरू करो। और जे असीं ना दस पाए दुनिया के लोगों नूं असीं कौन आ, तो मता समझिओ तुहाडे बारे कोई दूजा दसेगा भी ये कौन ने, किसी दूजे ने नहीं दसना। दूजियां दा तां जोर ये लगा है भी इन्हां बारे ना ही पता लगे तो चंगी गल है, तो जे पता लगे इन्हां बारे तो वो दसदे ने जो तुसीं है नहीं, उही बना के दसदे ने। सिख दा अक्ष विगाड़ के पेश करना होवे, सोशल मीडिया 'च बहुत थां। गुरु नानक दे घर दे धीआं पुत्रां दा अक्ष विगाड़ के पेश करना होवे, बहुत थां है। पर गुरु नानक दे घर दी असली तस्वीर विखाउणी होवे, नहीं थां किसे कोल। सो गुरु के प्यारिओ, ओए भी चंदन होए रहे बसे जो चंदन, वो भी चंदन हो जाता है जिहड़ा चंदन लागे वसदा है। तो आपां कदी कदाई आउने आ भावें चंदन दे लागे। तुम चंदन सीधा ही लिखे है, भगत रविदास जी कहते तुम चंदन, तुसी चंदन हो महाराज, ते असी हम, बोलो गज के, हम अरिंड बापुरे। मैं बेचारा अरिंड, रिंड का एक बूटा होंदा है। तुम चंदन हम अरिंड बापुरे, पर कहते मैं निराश नहीं हुंदा, संग तुम्हारे रहना तेरे कोल। तेरे कोल रहन करके नीच रूख ते, बोलो गज के, नीच रूख ते ऊंच पए हैं। हुण मैं अरिंड बापुरा नहीं रह गया, नीच रूख ते ऊंच पए हैं। गंध सुगंध निवासा, गंदगी वाली जगह ते हुण सुगंधी का निवास हो गया। हुण खुशबू आउंदी है मेरे अंदरों, ते असीं अपने शरीर विचों बदबू तो नहीं आउण दिंदे। किहड़ा अज दुनिया का बंदा होना है जिहदे शरीर विचों बदबू आउंदी होएगी? ना 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 ना, नहाइए भावें ना नहाइए पर शरीर च फिर भी बदबू नहीं आउण दिंदे। आप बथेरे अजकल साधन ने, पैसे खर्च के चीज़ां मिल जांदियां जिहड़ियां शरीर विचों समैल पैदा कर देण, पर इहदे विचों समैल पैदा होवे, इहदे विचों खुशबू पैदा होवे, इहदे विच खूबसूरती आवे, इहदे लई दुनिया 'च कोई थां नहीं बनिया। इहदे लई कुछ नहीं पैदा होया साइंस की दुनिया विच जिहड़ा इनू ही खूबसूरत बना दे। जे इसनू खूबसूरत बनाउणा है तो इस रुख कोल आण के बहना पैना है जिहड़ा चंदन दा है, जिहदे बारे बाणी 'च लिखिआ है, तुम चंदन हम अरिंड बापरे, संग तुम्हारे बासा, नीच रूख ते ऊंच पए हैं। बोलो गज के, गंध, हाँ, गंदगी की जगह ते सुगंधी आउण लग पई है। तो बघेल सिंह दे किरदार होना चाहुंदी है ना अज भी सुगंधी। आ भैन हुणे गल करके गई ना, माता साहिब कौर दे किरदार आउंदी है ना खुशबू अज भी। ਜਿਹੜੇ ਭੈਣ ਹੁਣੇ ਗੱਲ ਕਰਕੇ ਗਏ ਮਾਤਾ ਸਾਹਿਬ ਕੌਰ, ਇਹ ਜਾਣਦੇ ਤਾਂ ਨਹੀਂ, ਬਾਈ ਫੇਸ ਤਾਂ ਨਹੀਂ ਮਿਲੇ ਮਾਤਾ ਸਾਹਿਬ ਕੌਰ ਨੂੰ, ਪਰ ਖੁਸ਼ਬੂ ਭਰੀ ਹੈ ਨਾ ਅਜੇ ਵੀ। ਸਾਡੀ ਖੁਸ਼ਬੂ ਰਹੇਗੀ ਇੱਦਾਂ ਆਉਣ ਵਾਲੇ 200 400 500 ਸਾਲ ਤੱਕ, ਤਾਂ ਹੀ ਰਹੇਗੀ ਜੇ ਇਸ ਚੰਦਨ ਦੇ ਨਾਲ ਰਹਿਣ ਦਾ ਯਤਨ ਕਰਾਂਗੇ। ਗੁਰੂ ਮਿਹਰ ਕਰੇ ਅਸੀਂ ਸੱਚੀ ਮੁੱਚੀ ਗੁਰੂ ਕੋਲ ਬੈਠ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੀਲ ਕਰਿਆ ਕਰੀਏ, ਅਹਿਸਾਸ ਪੈਦਾ ਕਰੀਏ। ਦੁਨੀਆ ਦੇ ਅੰਦਰ ਇੱਕੋ ਹੀ ਇੱਕ ਕੌਮ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਇੱਕੋ ਹੀ ਇੱਕ ਕੌਮ ਹੈ ਜਿਹੜੀ ਯੂਨੀਵਰਸਲ ਟਰੁੱਥ ਦੀ ਗੱਲ ਕਰਦੀ ਹੈ, ਜਿਹਦਾ ਸੱਚ ਯੂਨੀਵਰਸਲ ਹੈ। ਬਾਕੀ ਇੱਥੇ ਸੱਚ ਸਾਰੇ ਹੀ ਕਹਿੰਦੇ ਨੇ ਪਰ ਉਹ ਯੂਨੀਵਰਸਲ ਸੱਚ ਨਹੀਂ ਹੈ। ਇੱਕੋ ਹੀ ਗੁਰੂ ਨਾਨਕ ਦਾ ਘਰ ਹੈ ਜਿਹੜਾ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਹਾਲਾਂਕਿ ਸਾਡੇ ਬਾਰੇ ਮੈਂ ਪਹਿਲਾਂ ਕਿਹਾ ਸੀ ਵੀ ਸਾਡੇ ਬਾਰੇ ਰਿਆਏ ਇੱਦਾਂ ਦੀ ਬਣਾ ਦਿੱਤੀ ਗਈ ਹੈ, ਨੈਰੇਟਿਵ ਸੈੱਟ ਇੱਦਾਂ ਦਾ ਕਰ ਦਿੱਤਾ ਗਿਆ ਹੈ। ਸਿੱਖ ਵੀ ਖੁੰਖਾਰ ਕਿਸਮ ਦੇ ਹੁੰਦੇ ਨੇ, ਖਤਰਨਾਕ ਹੁੰਦੇ ਨੇ। ਨਹੀਂ ਭਾਈ, ਅਸੀਂ ਖਤਰਨਾਕ ਨਹੀਂ ਹੁੰਦੇ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਬਿਰਧ ਸੁਆਮੀ ਛੰਦਾ। ਸਾਡੇ ਗੁਰਾਂ ਨੇ ਸੁਭਾਅ ਸਾਨੂੰ ਦਿੱਤਾ, ਜਿਹੜਾ ਸ਼ਰਨ ਆਵੇ ਅਸੀਂ ਗਲ ਲਾ ਲੈਨੇ ਆ ਉਹਨੂੰ, ਜਿਹੋ ਜਿਹਾ ਮਰਜ਼ੀ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ ਹੋਵੇ।
ਅਸੀਂ ਕਦੀ ਸ਼ਰਨ ਆਉਣ ਵਾਲੇ ਨੂੰ ਉਹਦੀ ਜਾਤ, ਉਹਦਾ ਰੰਗ, ਉਹਦਾ ਰੂਪ, ਉਹਦੀ ਭਾਸ਼ਾ ਨਹੀਂ ਪੁੱਛੀ। ਕਸ਼ਮੀਰੀ ਪੰਡਤ ਚੱਲ ਕੇ ਆਏ ਸਨ, ਬਾਬੇ ਨੇ ਪੁੱਛਿਆ ਨਹੀਂ ਜਾਤ ਕੀ ਹੈ ਤੁਹਾਡੀ, ਇਹ ਨਹੀਂ ਪੁੱਛਿਆ ਜੇ ਮੈਂ ਤੁਹਾਡੇ ਲਈ ਕੁਝ ਕਰਾਂਗਾ ਤੁਸੀਂ ਮੇਰੇ ਲਈ ਕੀ ਕਰੋ। ਕੋਈ ਸੌਦਾ ਨਹੀਂ ਇੱਥੇ। ਅਨਕੰਡੀਸ਼ਨਲ ਪਿਆਰ ਹੀ ਗੁਰੂ ਨਾਨਕ ਦਾ ਘਰ ਸਿਖਾਉਂਦਾ ਹੈ। ਮੇਰੇ ਬਾਜਾਂ ਵਾਲੇ ਨੇ ਵੀ ਨਹੀਂ ਕਿਹਾ ਮੈਂ 4 ਪੁੱਤ ਵਾਰਾਂਗਾ, ਤੁਸੀਂ ਕੀ ਕਰੋਗੇ ਮੇਰੇ ਬਦਲੇ। ਤੇ ਗੱਲ ਭੈਣ ਨੇ ਕਹੀ ਸੀ, ਮਾਤਾ ਸਾਹਿਬ ਕੌਰ ਨੇ ਦਿੱਤਾ ਹੈ, ਲਿਆ ਕੁਝ ਵੀ ਨਹੀਂ। ਬਦਕਿਸਮਤੀ ਅੱਜ ਕੌਮ ਦੀ, ਕੌਮ 'ਚ ਹਰ ਬੰਦਾ ਇੱਥੇ ਲੈਣ ਵਾਲਾ ਹੈ, ਦੇਣ ਵਾਲਾ ਕੋਈ ਨਹੀਂ। ਹਰ ਬੰਦਾ ਲੈਣਾ ਚਾਹੁੰਦਾ ਹੈ, ਦੇਣ ਨਹੀਂ ਆਉਂਦੇ ਅਸੀਂ ਕੁਝ ਵੀ, ਅਸੀਂ ਲੈਣ ਆਉਂਦੇ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਲੈਣ ਆਉਣ ਵਾਲਿਆ ਸਾਰਾ ਕੁਝ ਤੇਰੇ ਤੋਂ ਨਿਸ਼ਾਵਰ ਹੈ, ਮੇਰਾ ਸਭ ਕੁਝ ਤੇਰਾ ਹੈ, ਪਰ ਇੱਕ ਗੱਲ ਹੈ, ਮਨ ਤੇ ਮੈਨੂੰ ਦੇ ਜਾ ਆਪਣਾ, ਮੈਨੂੰ ਕਮਾਂਡ ਤੇ ਦੇ ਦੇ ਆਪਣੀ, ਤੇਰਾ ਹੀ ਹੈ ਸਾਰਾ ਕੁਝ। ਮੈਂ ਬੇਨਤੀ ਕੀਤੀ ਸੀ ਇੱਕ ਵਾਰ, ਜਿਹੜੇ ਬੱਚੇ ਜਿੱਦ ਕਰਦੇ ਨੇ ਨਾ ਮਾਂ-ਬਾਪ ਦੀ ਪ੍ਰਾਪਰਟੀ ਲੈਣ ਵਾਸਤੇ, ਉਹ ਹੱਥ ਧੋ ਬਹਿੰਦੇ ਨੇ ਮਾਂ-ਬਾਪ ਦੀ ਪ੍ਰਾਪਰਟੀ ਵਿੱਚ। ਉਹਨਾਂ ਨੂੰ ਲਿਖ ਕੇ ਕਹਿਣਾ ਪੈਂਦਾ ਵੀ ਸਾਡਾ ਇਹਨਾਂ ਦੇ ਨਾਲ, ਸਾਡੀ ਚੱਲ ਅਚਲ ਜਾਇਦਾਦ 'ਚ ਇਹਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਤੇ ਜਿਹੜੇ ਕਦੀ ਵੀ ਨਹੀਂ ਨਾ ਮੰਗਦੇ, ਕਦੀ ਪਿਤਾ ਨੂੰ ਅਹਿਸਾਸ ਹੀ ਨਹੀਂ ਕਰਾਉਂਦੇ, ਮਾਂ ਨੂੰ ਅਹਿਸਾਸ ਹੀ ਨਹੀਂ ਕਰਾਉਂਦੇ ਵੀ ਜਾਇਦਾਦ ਜਿਹੜੀ ਤੁਹਾਡੇ ਕੋਲ ਹੈ ਸਾਡੀ ਹੈ, ਉਹਨਾਂ ਦੇ ਮੰਗਣ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ ਵੀ ਸੰਭਾਲ ਲਓ, ਹੁਣ ਅਸੀਂ ਕੀ ਕਰਨੀ ਹੈ, ਕਰਾ ਲਓ ਸਾਈਨ ਜਿੱਥੇ ਕਰਾਉਣੇ ਨੇ। ਤਾਂ ਗੁਰੂ ਮਿਹਰ ਕਰੇ ਅਸੀਂ ਗੁਰੂ ਕੋਲ ਆਈਏ ਤੇ ਗੁਰੂ ਨੂੰ ਆਪਾਂ ਨਿਸ਼ਾਵਰ ਕਰਨ ਦੀ ਜਾਚ ਗੁਰੂ ਕੋਲੋਂ ਸਿੱਖੀਏ। ਔਰ ਸ਼ਾਇਦ ਦਿੱਲੀ ਤੇ ਨਿੱਕੀ ਜਿਹੀ ਗੱਲ ਹੈ, ਵੱਡੀਆਂ ਚੀਜ਼ਾਂ ਵੀ ਫਤਿਹ ਕਰ ਸਕਦੇ ਹਾਂ। ਹੌਸਲਾ ਨਹੀਂ ਹਾਰਨ ਦੀ ਲੋੜ। ਜਿੱਥੋਂ ਮੁੱਕਦੀ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਅਸੀਂ ਹੋਰ ਹੀ ਤਰ੍ਹਾਂ ਦੇ ਲੋਕ ਹਾਂ। ਜਿੱਥੋਂ ਮੁੱਕਦੀ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਸਿਰ ਲੈ ਗਏ, ਐ ਪਰ ਜਿਸਮ 'ਚੋਂ ਗਈ ਨਾ ਜਾਨ ਸਾਡੀ। ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ, ਐ ਪਰ ਸੀ ਨਾ ਕਿਹਾ ਜ਼ਬਾਨ ਸਾਡੀ। ਤਰਦੇ ਰਹੇ ਨੇ ਲੋਕ ਝਨਾਹ ਅੰਦਰ, ਲੋਕਾਂ ਨੂੰ ਯਾਦ ਹੋਣਗੇ ਝਨਾਹ 'ਚ ਤਰਨ ਵਾਲੇ ਕੱਚੇ ਘੜੇ ਵਾਲੇ। ਤਰਦੇ ਰਹੇ ਨੇ ਲੋਕ ਝਨਾਹ ਅੰਦਰ, ਅਸੀਂ ਲਹੂ ਦੇ ਦਰਿਆ ਵਿੱਚ ਲਾਈਆਂ ਤਾਰੀਆਂ ਨੇ। ਸਾਡੇ ਸਿਦਕ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਸਾਡਾ ਸਿਦਕ ਕੱਚਿਆਂ ਘੜਿਆਂ ਵਾਲਾ ਥੋੜ੍ਹੀ ਹੈ ਕਿਤੇ, ਸਾਡਾ ਸਿਦਕ ਕੱਚੀਆਂ ਗੜੀਆਂ ਵਾਲਾ ਆ। ਸਾਡਾ ਸਿਦਕ ਕੱਚੇ ਘੜੇ ਤੇ ਤਰਨ ਵਾਲਾ ਨਹੀਂ। ਅਸੀਂ ਕਿਸੇ ਰੇਗਿਸਤਾਨ ਦੇ ਮਾਰੂ ਥਲ ਵਿੱਚ ਸੜਦਿਆਂ ਦਾ ਇਤਿਹਾਸ ਨਹੀਂ ਸੁਣਾਉਂਦੇ। ਅਸੀਂ ਤਤੀਆਂ ਤਵੀਆਂ ਤੇ ਬਹਿ ਕੇ ਸੀਸ ਵਿੱਚ ਰੇਤਾ ਪਾਉਣ ਵਾਲਿਆਂ ਦੀ ਗੱਲ ਕਰਦੇ ਆ। ਔਰ ਇਹ ਜੀਂਦੀਆਂ ਰਹਿੰਦੀਆਂ ਨੇ ਕੌਮਾਂ ਦੇ ਅੰਦਰ ਇਹ ਚੀਜ਼ਾਂ। ਜਿੱਦਣ ਭਾਈ ਦਿਆਲਾ ਜੀ ਨੂੰ ਇਹ ਸਵਾਲ ਕੀਤਾ ਸੀ ਨਾ ਜਲਾਦ ਨੇ, ਵੇਖ ਉਬਲਦੀ ਦੇਗ ਵਿੱਚ ਬਿਠਾ ਕੇ ਤੇਰਾ ਸਰੀਰ ਛਾਲੇ ਹੋ ਜਾਣਾ, ਇਸ ਉਬਲਦੀ ਦੇਗ ਨੇ ਤੇਰੇ ਸਰੀਰ ਹੱਡੀਆਂ ਨਾਲੋਂ ਮਾਸ ਜੁਦਾ ਕਰ ਦੇਣਾ। ਤੇ ਦਿਆਲੇ ਨੇ ਮੁਸਕਰਾ ਕੇ ਕਿਹਾ ਸੀ, ਤਪਾਲਾ ਜਿੰਨੀ ਦੇਗ ਤਪਾ ਸਕਦਾ, ਬਾਲਣਾ ਜਿੰਨੀ ਅੱਗ ਬਾਲ ਸਕਦਾ। ਤੇਰੀ ਇਸ ਦੇਗ ਦੇ ਅੰਦਰ ਇਹ ਤਾਕਤ ਤਾਂ ਹੋਏਗੀ ਵੀ ਮੇਰੀਆਂ ਹੱਡੀਆਂ ਨਾਲੋਂ ਮਾਸ ਜੁਦਾ ਕਰ ਦੇ, ਪਰ ਇਸ ਦੇਗ 'ਚ ਇੰਨੀ ਔਕਾਤ ਨਹੀਂ ਮੇਰੇ ਨਾਲੋਂ ਗੁਰੂ ਨਾਨਕ ਦੀ ਸਿੱਖੀ ਦੂਰ ਕਰ ਦੇ। ਸੋ ਅਸੀਂ ਉਸ ਵਿਰਾਸਤ ਦੇ ਮਾਲਕ ਹਾਂ। ਆਓ ਉਸ ਕਲਚਰ ਨੂੰ ਸਾਂਭੀਏ, ਉਸ ਕਲਚਰ ਨੂੰ ਪਛਾਣੀਏ, ਤੇ ਸ਼ਾਇਦ ਅਸੀਂ ਬਹੁਤ ਛੇਤੀ ਦੁਨੀਆ ਦੇ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਅੱਜ ਵੀ ਸਾਨੂੰ ਆਪਣੇ ਇਤਿਹਾਸ ਤੇ ਮਾਣ ਹੈ। ਗੁਰੂ ਮਿਹਰ ਕਰੇ। ਆਪ ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਚੰਦਨ ਲਾਗੇ ਹੋ ਕੇ ਚੰਦਨ ਹੋਈਏ, ਕਿਤੇ ਵਾਂਸ ਵਾਂਗ ਲਾਗੇ ਨਾ ਹੋਈਏ ਕਿ ਸਾਡੇ ਅੰਦਰੋਂ ਖੁਸ਼ਬੂ ਆਉਣ ਦੀ ਬਜਾਏ ਡੋਬੀ ਜਾਈਏ, ਫਾਇਦਾ ਹੀ ਕੋਈ ਨਾ ਹੋਵੇ। ਤੇ ਅਸੀਂ ਇਸ ਚੰਦਨ ਦੀ ਖੁਸ਼ਬੂ ਲੈ ਕੇ ਦੁਨੀਆ 'ਚ ਵਿਚਰੀਏ ਤੇ ਲੋਕ ਸਾਨੂੰ ਪੁੱਛਣ ਇਹ ਖੁਸ਼ਬੂ ਕਿੱਥੋਂ ਲਿਆਂਦੀ ਹੈ। ਫਿਰ ਉਹਨਾਂ ਦਾ ਗੁੱਟ ਫੜਿਓ, ਉਹਨਾਂ ਨੂੰ ਇਸ ਚੰਦਨ ਲਾਗੇ ਲਿਆ ਕੇ ਬਿਠਾ ਦਿਓ। ਆਹ ਹੈ ਸਾਡੇ ਕੋਲ ਚੰਦਨ ਦਾ ਬਿਰਵਾ ਜਿਹੜਾ ਖੁਸ਼ਬੂਆਂ ਵੰਡਦਾ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਸਾਰੇ ਹੀ ਸਹਿਯੋਗੀਆਂ ਦਾ, ਜਿਨ੍ਹਾਂ ਸਾਰਿਆਂ ਨੇ ਰਲ ਮਿਲ ਕੇ ਇਸ ਸਮਾਗਮ ਵਿੱਚ ਆਪਣਾ ਸਹਿਯੋਗ ਦਿੱਤਾ ਤੇ ਆਪਾਂ ਰਲ ਮਿਲ ਕੇ ਸਾਰੇ ਇਸ ਸਮਾਗਮ ਵਿੱਚ ਆਪਣੇ ਵਡੇਰਿਆਂ ਦੀ ਬਾਤ ਪਾ ਸਕੇ ਹਾਂ। ਵਡੇਰਿਆਂ ਦੀ ਬਾਤ ਦੀ ਅਸੀਂ ਆਪਣੇ ਆਪ ਨਾਲ ਜੋੜ ਕੇ ਗੱਲ ਕਰ ਸਕੇ ਹਾਂ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ, ਆਪ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ, ਸ਼ਬਦ ਗੁਰੂ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ